ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ। ਕੁਲਭੂਸ਼ਣ ਦੀ ਰਸਮ ਕਿਰਿਆ ਤੋਂ ਬਾਅਦ ਸਭ ਆਪਣੇ ਆਪਣੇ ਘਰ ਜਾਣ ਲੱਗੇ। ਕੁਲਭੂਸ਼ਣ ਦੀ ਵੱਡੀ ਸਾਲੀ ਅਤੇ ਭਾਣਜੇ ਮਦਨ ਨੂੰ ਕਲਾਵੇ ਵਿੱਚ ਲੈਂਦੀ ਬੋਲੀ, ਦੇਖ ਮਦਨ, ਧਿਆਨ ਨਾਲ ਰਹਿਣਾ, ਆਪਣੀ ਮਾਂ ਦੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਨਾ। ਵੈਸੇ ਤਾਂ ਭੈਣ ਸਾਡੀ ਹੈ, ਕਿਸੇ ਦੀ ਗੱਲ ਘੱਟ ਹੀ ਮੰਨਦੀ ਹੈ। ਤੇਰੇ ਲਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਅੱਛਾ ਪੁੱਤਰ, ਰਲ ਮਿਲ ਕੇ ਰਹਿਣਾ, ਆਪਣੇ ਪਿਓ ਦੀ ਇੱਜ਼ਤ ਨੂੰ ਦਾਗ ਨਾ ਲਾਉਣਾ। ਬੜੀ ਮਿਹਨਤ ਕਰਕੇ ਘਰ ਤੇ ਇੱਜ਼ਤ ਬਣਾਈ ਸੀ। ਕੁਲਭੂਸ਼ਣ ਨੇ ਅੱਛਾ ਮਾਸੀ ਜੀ, ਗਲਾ ਭਰਦਿਆਂ ਹੋਇਆ ਮਦਨ ਬੋਲਿਆ। ਮਾਸੀ ਬੱਸੇ ਬੈਠ ਗਈ। ਮਦਨ ਦਾ ਛੋਟਾ ਚਾਚਾ ਮਦਨ ਨਾਲ ਗੱਲ ਕਰਦਾ ਬੋਲਿਆ, ਦੇਖ ਮਦਨ, ਅਗਰ ਕੋਈ ਕੁਝ ਬੋਲੇ ਤਾਂ ਅੱਗੋਂ ਨਹੀਂ ਬੋਲੀਦਾ। ਅੱਗੋਂ ਬੋਲਣ ਨਾਲ ਕਲੇਸ਼ ਪੈਦਾ ਹੁੰਦਾ ਹੈ। ਜੇ ਕਲੇਸ਼ ਵਧੇ ਤਾਂ ਇਸ ਨਾਲੋਂ ਚੰਗਾ ਬੰਦਾ ਚੁੱਪ ਹੀ ਰਹੇ। ਚਾਚੇ ਦੇ ਬੋਲਾਂ ਵਿੱਚ ਸਿਆਣਪ ਝਲਕ ਰਹੀ ਸੀ। ਮਦਨ ਦੇ ਉੱਪਰ ਇਹਨਾਂ ਗੱਲਾਂ ਦਾ ਕੋਈ ਖਾਸ ਅਸਰ ਨਾ ਹੋਇਆ। ਮਦਨ ਤਾਂ ਹੋਰ ਖਿਆਲਾਂ ਵਿੱਚ ਖੋਇਆ ਹੋਇਆ ਸੀ। ਉਸਨੂੰ ਤਾਂ ਇਸ ਵਕਤ ਸਿਰਫ ਆਪਣੇ ਪਿਓ ਦੀ ਮੌਤ ਦਾ ਗਮ ਸੀ। ਉਸਨੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਉਸਦਾ ਪਿਓ ਜਹਾਨੋਂ ਕੂਚ ਕਰ ਜਾਵੇਗਾ। ਠੀਕ ਹੈ, ਚਾਹੇ ਪਿਓ ਪੁੱਤ ਦਾ ਝਗੜਾ ਹੁੰਦਾ ਸੀ, ਚਾਹੇ ਜਿੰਨੀ ਵੀ ਲੜਾਈ ਹੋਈ ਹੋਣੀ, ਪਰ ਪਿਓ ਦੇ ਪਿਆਰ ਭਰੇ ਬੋਲ ਮਦਨ ਨੂੰ ਪਿਓ ਦੇ ਕਲਾਵੇ ਵਿੱਚ ਆਉਣ ਲਈ ਮਜਬੂਰ ਕਰ ਦਿੰਦੇ ਸਨ। ਮਦਨ ਦੇ ਦਿਲ ਵਿੱਚ ਪਿਓ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਤਾਜ਼ਾ ਹੋ ਰਹੀਆਂ ਸਨ। ਅਗਰ ਪਿਓ ਮਦਨ ਨੂੰ ਕੁਝ ਕਹਿੰਦਾ ਤਾਂ ਉਹ ਮਦਨ ਦੇ ਭਲੇ ਵਾਸਤੇ ਕਹਿੰਦਾ। ਪਿਓ ਦਾ ਮਦਨ ਨਾਲ ਪਿਆਰ ਪੂਰਾ ਸੀ ਅਤੇ ਉਸਦੀ ਇਹ ਇੱਛਾ ਸੀ ਕਿ ਮਦਨ ਆਪਣੇ ਪੈਰਾਂ 'ਤੇ ਖੜਾ ਹੋ ਜਾਵੇ। ਮਦਨ ਪੈਸੇ ਧੇਲੇ ਦੇ ਮਾਮਲੇ ਵਿੱਚ ਨਿੱਲ ਸੀ। ਕਾਰਖਾਨਾ ਵੀ ਕੋਈ ਬਹੁਤਾ ਵੱਡਾ ਨਹੀਂ ਸੀ, ਛੋਟਾ ਜਿਹਾ ਹੀ ਸੀ। ਕਾਰਖਾਨੇ ਦਾ ਆਪਣਾ ਹਾਲ ਕੋਈ ਬਹੁਤਾ ਵਧੀਆ ਨਹੀਂ ਹੁੰਦਾ। ਲੇਬਰ ਨੂੰ ਇਹਨਾਂ ਲੋਕਾਂ ਨੇ ਸਵਾ ਖੁਸ਼ ਰੱਖਣਾ ਹੁੰਦਾ ਹੈ। ਜਿਹੜੀ ਇਹ ਲੋਕ ਤਨਖਾਹ ਦਿੰਦੇ ਹਨ, ਹੱਦੋਂ ਲਾਹਨਤ ਵਾਲਾ ਹਿਸਾਬ ਹੁੰਦਾ ਹੈ। ਪੈਸਾ ਕਿਸ਼ਤਾਂ ਵਿੱਚ ਦਿੰਦੇ ਹਨ। ਲੇਬਰ ਦੇ ਪੱਲੇ ਕੁਝ ਨਹੀਂ ਪੈਂਦਾ। ਜਦੋਂ ਵੀ ਪੁੱਛੋ ਤਾਂ ਇੱਕੋ ਹੀ ਗੱਲ, ਵਪਾਰੀ ਪੈਸਾ ਮਾਰ ਗਏ। ਜਦੋਂ ਤੇਜ਼ੀ ਆਉਂਦੀ ਹੈ ਤਾਂ ਲੇਬਰ ਦਾ ਹੋਰ ਮਾੜਾ ਹਾਲ ਹੁੰਦਾ ਹੈ। ਹੱਦੋਂ ਵੱਧ ਮਿਹਨਤ ਮਜ਼ਦੂਰ ਦਾ ਬੁਰਾ ਹਾਲ ਕਰ ਦਿੰਦੀ ਹੈ। ਤੇਜ਼ੀ ਵੀ ਬਸ 2-3 ਮਹੀਨੇ ਆਉਂਦੀ ਹੈ ਅਤੇ ਬਾਕੀ ਸਾਰਾ ਸਾਲ ਬਸ ਐਵੇਂ। ਮਾਲਕ ਵੀ ਆਪਣੀ ਥਾਂ ਮਜਬੂਰ ਹੁੰਦੇ ਹੈ ਤੇ ਲੇਬਰ ਆਪਣੀ ਥਾਂ ਬੇਵੱਸ। ਲੇਬਰ ਕਰਨ ਵਾਲਾ ਬੰਦਾ ਤਾਂ ਗੁਲਾਮੀ ਕਰਨ ਜੋਗਾ ਹੀ ਰਹਿੰਦਾ ਹੈ। ਮਾਲਕ ਦੀ ਗੁਲਾਮੀ, ਘਰ ਵਾਲਿਆਂ ਦਾ ਵੱਖਰਾ ਡਰ, ਪੈਸਾ ਸਮੇਂ ਸਿਰ ਨਾ ਮਿਲਣਾ ਤੇ ਘਰ ਵਿੱਚ ਤੰਗੀ ਕਰਕੇ ਕਲੇਸ਼। ਲੇਬਰ ਕਰਨ ਵਾਲਾ ਬੰਦਾ ਆਪਣੇ ਮਨ ਦੀ ਗੱਲ ਤਾਂ ਕਰ ਹੀ ਨਹੀਂ ਸਕਦਾ। ਇੰਨੇ ਸਾਲ ਕੰਮ ਸਿੱਖਣ ਦੇ ਬਾਅਦ ਵੀ ਤਨਖਾਹ ਮਾਸਕ ਇੱਕ ਦਿਹਾੜੀਦਾਰ ਮਜ਼ਦੂਰ ਨਾਲੋਂ ਵੀ ਘੱਟ। ਜ਼ਿੰਮੇਵਾਰੀਆਂ ਢੇਰ ਸਾਰੀਆਂ ਸਿਰ 'ਤੇ ਹੁੰਦੀਆਂ ਹਨ। ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਵਾਲਾ ਹਿਸਾਬ ਹੁੰਦਾ ਹੈ। ਖਾਵੇ ਤਾਂ ਕੋੜੀ, ਛੱਡੇ ਤਾਂ ਕਲੰਕ। ਮਦਨ ਦਾ ਵੱਡਾ ਭਰਾ ਸਰਕਾਰੀ ਮੁਲਾਜ਼ਮ ਹੈ। ਨਿੱਜੀ ਕਾਰੋਬਾਰ ਵੀ ਹੈ। ਮਦਨ ਦੇ ਵੱਡੇ ਭਰਾ ਦੀ ਆਰਥਿਕ ਹਾਲਤ ਕਾਫੀ ਚੰਗੀ ਹੈ। ਜਨਾਨੀ ਉਸਦੀ ਜੋਤੀ ਇੰਨੀ ਖੂਬਸੂਰਤ ਤਾਂ ਨਹੀਂ ਸੀ, ਪਰ ਚੁਸਤ ਚਲਾਕ ਇੰਨੀ ਕਿ ਨਿਰੀ ਅੱਗ ਫੂਕਣੀ ਸੀ। ਕੁਲਭੂਸ਼ਣ ਸਰਕਾਰੀ ਮੁਲਾਜ਼ਮ ਸੀ। ਉਸ ਦੀ ਸੋਚ ਸੀ ਕਿ ਉਹ ਆਪਣੇ ਮੁੰਡੇ ਨੂੰ ਕੋਈ ਕਾਰੋਬਾਰ ਕਰਵਾ ਦੇਵੇਗਾ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਹ ਹਸਰਤ ਉਸ ਦੀ ਪੂਰੀ ਨਾ ਹੋ ਸਕੀ ਅਤੇ ਜਹਾਨੋਂ ਤੁਰ ਗਿਆ। ਇਹ ਕਿਸੇ ਦੇ ਵੱਸ ਦਾ ਰੋਗ ਤਾਂ ਨਹੀਂ, ਬਸ ਕੁਦਰਤ ਦੇ ਹੱਥ ਬੰਦੇ ਦੀ ਡੋਰ ਹੁੰਦੀ ਹੈ। ਜਗਮੀਤ ਸਿੰਘ ਕੁਲਭੂਸ਼ਣ ਦਾ ਭਰਾ ਬਣਿਆ ਹੋਇਆ ਸੀ। ਜਗਮੀਤ ਸਿੰਘ ਦੀ ਪਤਨੀ ਕੁਲਭੂਸ਼ਣ ਦੀ ਪਤਨੀ ਗੁਰਸ਼ਰਨ ਭੈਣ ਬਣੀ ਹੋਈ ਸੀ। ਬਾਜ਼ਾਰ ਜਾਂਦੇ ਜਾਂ ਜਗਮੀਤ ਸਿੰਘ ਕੁਲਭੂਸ਼ਣ ਦੇ ਛੋਟੇ ਮੁੰਡੇ ਮਦਨ ਨੂੰ ਮਿਲਿਆ। ਮਾਸੜ ਜੀ ਪੈਰੀ ਪੈਣਾ। ਜਿਉਂਦਾ ਰਹਿ ਮਦਨ ਬੇਟਾ, ਕੀ ਹਾਲ ਹੈ ਤੇਰਾ? ਬਸ ਠੀਕ ਹੈ। ਹਾਲ ਹੂਲ ਕੀ ਹੈ? ਸਭ ਕੁਝ ਪਾਪਾ ਜੀ ਦੇ ਨਾਲ ਹੀ ਸੀ। ਤੁਰਦੇ ਤੁਰਦੇ ਗੱਲ ਕਰਦਾ ਜਗਮੀਤ ਮਦਨ ਨੂੰ ਕਹਿਣ ਲੱਗਾ, ਦੇਖ ਬਾਈ ਮਦਨ, ਤੂੰ ਸਾਡਾ ਪੁੱਤਰ ਹੈ, ਹੁਣ ਸੰਭਲ ਕੇ ਚੱਲੀ। ਬਾਪ ਤੇਰਾ ਸਿਰ 'ਤੇ ਨਹੀਂ। ਸਮੇਂ ਤੋਂ ਪਹਿਲਾਂ ਹੀ ਰੱਬ ਨੇ ਉਸ ਨੂੰ ਚੁੱਕ ਲਿਆ। ਕੁਝ ਸਮਾਂ ਹੋਰ ਕੱਢ ਜਾਂਦਾ ਤਾਂ ਤੇਰਾ ਕੁਝ ਬਣ ਜਾਂਦਾ, ਪਰ ਰੱਬ ਦੇ ਭਾਣੇ ਨੂੰ ਕੌਣ ਮੋੜ ਸਕਦਾ ਹੈ? ਕੰਮ ਵੀ ਤੇਰਾ ਕੋਈ ਖਾਸ ਨਹੀਂ ਤੇਰੇ ਨਾਲ। ਅੱਛਾ ਹਾਂ ਬੇਟਾ, ਕੋਈ ਬਾਹਰ ਵਾਲਾ ਕੁਝ ਨਹੀਂ ਕਰੇਗਾ, ਨਾ ਹੀ ਉਸ ਦੀ ਹਿੰਮਤ ਹੋਵੇਗੀ, ਤਾਂ ਨਾ ਹੀ ਕਿਸੇ ਨੂੰ ਕੋਈ ਲੋੜ ਹੈ ਤੈਨੂੰ। ਤੇਰੇ ਘਰ ਦੀ ਵੱਡੀ ਧਿਰ ਹੀ
ਮਰੇਗੀ। ਜਰਾ ਸੰਭਲ ਕੇ ਰਹੀਂ। ਠੀਕ ਹੈ ਮਾਸੜ ਜੀ, ਜੋ ਹੋਵੇਗਾ ਵੇਖਿਆ ਜਾਵੇਗਾ। ਵੈਸੇ ਤੁਹਾਡੀ ਗੱਲ ਵਿੱਚ ਵਜਨ ਹੈ। ਤੁਸੀਂ ਸਿਆਣੇ ਹੋ, ਤੁਸੀਂ ਦੁਨੀਆ ਵੇਖੀ ਹੈ, ਫਿਰ ਤੁਸੀਂ ਸਾਡੇ ਆਪਣੇ ਹੋ। ਬਚਪਨ ਤੁਹਾਡੀ ਅਤੇ ਮਾਸੀ ਦੇ ਹੱਥਾਂ ਵਿੱਚ ਬੀਤਿਆ। ਮਦਨ ਨੂੰ ਜਗਮੀਤ ਦੀਆਂ ਗੱਲਾਂ ਵਿੱਚ ਸੱਚਾਈ ਨਜ਼ਰ ਜ਼ਰੂਰ ਆਈ, ਪਰ ਸਮੇਂ ਤੋਂ ਪਹਿਲਾਂ ਕੀ ਹੋ ਸਕਦਾ ਸੀ? ਇਹ ਸਭ ਕੌਣ ਕਰੇਗਾ? ਇਸ ਗੱਲ ਪਰ ਮਦਨ ਨੂੰ ਅਹਿਸਾਸ ਨਹੀਂ ਸੀ। ਮਹੀਨੇ ਡੇਢ ਮਹੀਨੇ ਬਾਅਦ ਹੀ ਘਰ ਦੇ ਰੰਗ ਢੰਗ ਬਦਲ ਗਏ। ਕੁਲਭੂਸ਼ਣ ਦੀ ਜਨਾਨੀ ਦੇ ਤੇਵਰ ਕਾਫੀ ਬਦਲੇ ਦਿਖਾਈ ਦੇਣ ਲੱਗ ਪਏ। ਮਦਨ ਅਤੇ ਮਦਨ ਦੀ ਘਰਵਾਲੀ ਰਜਨੀ ਨੂੰ ਪੂਰੇ ਦੇ ਪੂਰੇ ਪਰਿਵਾਰ ਵਿੱਚੋਂ ਕੱਟ ਆਫ ਕਰ ਦਿੱਤਾ ਗਿਆ। ਗੁਰਸ਼ਰਨ ਤਾਂ ਖਾਣ ਨੂੰ ਪੈਂਦੀ ਸੀ, ਬਗੈਰ ਕਿਸੇ ਗੱਲ ਤੋਂ। ਮਦਨ ਦੀ ਜਨਾਨੀ ਰਜਨੀ ਦੇ ਵਾਲਾਂ ਨੂੰ ਆਉਂਦੀ ਸੀ। ਮਦਨ ਦਾ ਸਮਾਨ ਭਾਵੇਂ ਬੈਠਕ ਵਿੱਚ ਹੇਠਾਂ ਹੀ ਸੀ, ਪਰ ਮਦਨ ਨੂੰ ਰਾਤ ਸੌਣ ਲਈ ਉੱਪਰ ਜਾਣਾ ਪੈਂਦਾ ਸੀ। ਟੈਲੀਫੋਨ ਦਾ ਇੱਕ ਸੈੱਟ ਉੱਪਰ ਤੇ ਹੇਠਾਂ ਕਮਰੇ ਵਿੱਚ ਸੀ। ਵੈਸੇ ਤਾਂ ਮਦਨ ਅਤੇ ਉਸ ਦੀ ਜਨਾਨੀ ਦੀ ਕੋਈ ਹੈਸੀਅਤ ਨਹੀਂ ਸੀ ਕਿ ਕੁਝ ਘਰ ਵਿੱਚ ਨਹੀਂ ਹੋਇਆ। ਕੀ ਕੀਤਾ ਜਾਂਦਾ? ਗੁਰਸ਼ਰਨ ਅਤੇ ਜੋਤੀ ਹੀ ਪ੍ਰਧਾਨ ਸਨ। ਹੁਣ ਤਾਂ ਕਹਿੰਦੇ ਬੱਤੀ ਘੱਟ ਬਾਲੋ, ਟੈਲੀਫੋਨ ਨਾ ਕਰੋ, ਪਾਣੀ ਦੀ ਘੱਟ ਵਰਤੋਂ ਕਰੋ, ਇੱਕ ਟੈਲੀਵਿਜ਼ਨ ਵੇਖੋ, ਵੱਖ ਟੈਲੀਵਿਜ਼ਨ ਨਾ ਦੇਖੋ। ਪਾਣੀ ਵਾਲੀ ਟੈਂਕੀ ਆਪ ਖਾਲੀ ਕਰ ਦਿੰਦੀਆਂ। ਨੌ ਸੱਸ ਉਲਟਾ ਰਜਨੀ ਨਾਲ ਲੜਨ ਲੱਗ ਪੈਂਦੀਆਂ। ਕੀ ਤੂੰ ਟੈਂਕੀ ਖਾਲੀ ਕੀਤੀ ਹੈ? ਗੱਲ 'ਤੇ ਘਰ ਵਿੱਚ ਕਲੇਸ਼ ਪੈਣ ਲੱਗ ਪਿਆ। ਕੁਲਭੂਸ਼ਣ ਦੀ ਮੌਤ ਦੇ ਕੁਝ ਦਿਨ ਬਾਅਦ ਰਜਨੀ ਗਰਭਵਤੀ ਹੋ ਗਈ। ਵਿਆਹ ਦੇ ਕਈ ਸਾਲ ਬਾਅਦ ਰੱਬ ਨੇ ਸੁਣੀ। ਘਰ ਵਿੱਚ ਅਕਸਰ ਤਿੰਨੇ ਖਿਚੜੀਆਂ ਪਕਾਉਂਦੇ ਰਹਿੰਦੇ। ਕੁਲਭੂਸ਼ਣ ਦੀ ਮੌਤ ਤੋਂ ਬਾਅਦ ਮਦਨ ਦਾ ਜੀਜਾ ਜਗਦੀਸ਼ ਅਤੇ ਭੈਣ ਕਈ ਵਾਰ ਆਏ। ਮਦਨ ਜੀਜੇ ਦੀ ਬੜੀ ਹੀ ਇੱਜ਼ਤ ਕਰਦਾ। ਉਸਨੂੰ ਮਹਿਸੂਸ ਹੁੰਦਾ ਕਿ ਉਹ ਉਸਦੇ ਹੱਕ ਵਿੱਚ ਹੈ। ਆਪਸ ਵਿੱਚ ਜੋਤੀ ਤੇ ਜਸਵੀਰ ਗੱਲਾਂ ਕਰ ਰਹੇ ਸਨ। ਗੁਰਸ਼ਰਨ ਨੇ ਸਾਫ਼ ਲਫ਼ਜ਼ਾਂ ਵਿੱਚ ਜਸਵੀਰ ਨੂੰ ਕਿਹਾ, ਦੇਖ ਪੁੱਤ ਜਸਵੀਰ, ਤੇਰੇ 2 ਮੁੰਡੇ 1 ਕੁੜੀ ਹੈ। ਇੱਕ ਮਕਾਨ ਤਾਂ ਤੇਰਾ ਹੀ ਹੈ। ਤੇਰਾ ਇੱਕ ਪੁੱਤਰ ਉੱਪਰ ਰਹੇਗਾ ਤੇ ਦੂਸਰਾ ਪੁੱਤਰ ਹੇਠਾਂ ਰਹੇਗਾ। ਤੁਹਾਨੂੰ ਤਾਂ ਪਤਾ ਹੀ ਹੈ ਪਾਪਾ ਜੀ ਆਪਣੇ ਪੋਤੇ ਪੋਤੀਆਂ ਨੂੰ ਕਿੰਨਾ ਪਿਆਰ ਕਰਦੇ ਸਨ, ਪਰ ਮਾਤਾ ਜੀ ਇਹ ਕਿਵੇਂ ਹੋ ਸਕਦਾ ਹੈ? ਮਦਨ ਵੀ ਤਾਂ ਇਸ ਘਰ ਉੱਪਰ ਪੂਰਾ ਹੱਕ ਹੈ। ਪਿਓ ਦੀ ਜਾਇਦਾਦ ਅਤੇ ਪੈਸੇ ਉੱਪਰ ਬਰਾਬਰ ਦਾ ਹੱਕਦਾਰ ਹੈ। ਇਸ ਤੋਂ ਇਲਾਵਾ ਛੋਟੀ ਭੈਣ ਦਾ ਵੀ ਪੂਰਾ ਹੱਕ ਬਣਦਾ ਹੈ। ਪਰਮਾਤਮਾ ਨੇ ਉਹਨਾਂ ਨੂੰ ਸਭ ਕੁਝ ਦਿੱਤਾ ਹੈ। ਮਦਨ ਤਾਂ ਆਪਣਾ ਹੱਕ ਨਹੀਂ ਛੱਡੇਗਾ। ਜਸਵੀਰ ਦੀਆਂ ਗੱਲਾਂ ਸੁਣ ਕੇ ਕੋਲ ਬੈਠੀ ਜੋਤੀ ਸੜੀ ਭੁੱਜੀ ਅੱਗ ਫੂਕਦੀ ਬੋਲੀ, ਚੱਕਿਆ ਫਿਰਦਾ ਹੱਕ ਉਹ ਕੌਣ ਹੁੰਦਾ ਹੈ? ਬਰਾਬਰ ਦਾ ਹੱਕਦਾਰ। ਪਿਓ ਦਾ ਦੁੱਖ ਸੁੱਖ ਤਾਂ ਅਸੀਂ ਵੇਖਿਆ, ਉਹ ਤਾਂ ਘੁੱਟ ਪਾਣੀ ਨਹੀਂ ਪਿਲਾਉਣ ਜੋਗਾ। ਦੁੱਖ ਸੁੱਖ ਵੇਲੇ ਤਾਂ ਅਸੀਂ ਕੰਮ ਆਈਏ। ਪਾਪਾ ਜੀ ਜਿੰਨੀ ਵਾਰ ਬਿਮਾਰ ਹੋਏ ਅਸੀਂ ਲੈ ਕੇ ਗਏ। ਪਾਪਾ ਜੀ ਕਿਹੜਾ ਇਹਨਾਂ ਨਾਲ ਪਿਆਰ ਕਰਦੇ ਸਨ? ਨਾਲੇ ਕਰਤੂਤਾਂ ਵੀ ਕੀ ਹੈ ਇਹਨਾਂ ਵਿੱਚ ਜੋ ਉਹ ਇਹਨਾਂ ਨੂੰ ਪਿਆਰ ਕਰਦੇ? ਉੱਪਰਲੀ ਮੰਜ਼ਿਲ ਉੱਤੇ 1 ਲੱਖ ਰੁਪਈਆ ਅਸੀਂ ਖਰਚ ਕੀਤਾ। ਨਾਲੇ ਪਾਪਾ ਜੀ ਤੋਂ ਬਾਅਦ ਘਰ ਦੀ ਮਾਲਕ ਮਾਤਾ ਜੀ ਹਨ, ਜੋ ਮਰਜ਼ੀ ਕਰ ਸਕਦੇ ਹਨ। ਗੁਰਸ਼ਰਨ ਚਲਾਕੀ ਵਰਤਦੀ ਬੋਲੀ, ਜਸਵੀਰ ਤੇਰਾ ਦਿਲ ਬਹੁਤ ਵੱਡਾ ਹੈ। ਅਕਸਰ ਵੱਡਾ ਭਰਾ ਹੈ ਤੂੰ ਮਦਨ ਦਾ, ਲੇਕਿਨ ਤੂੰ ਫਿਕਰ ਕਿਉਂ ਕਰਦਾ ਹੈ? ਅਸੀਂ ਮਦਨ ਨੂੰ ਕੋਈ ਸੜਕ ਉੱਤੇ ਥੋੜ੍ਹਾ ਬਿਠਾ ਦੇਣਾ ਹੈ, ਕੋਈ ਛੋਟਾ ਮੋਟਾ ਮਕਾਨ ਲੈ ਕੇ ਦੇਵਾਂਗੇ। ਨਾਲੇ ਘਰ ਦਾ ਕਲੇਸ਼ ਮੁੱਕੇਗਾ। ਤੈਨੂੰ ਤਾਂ ਪਤਾ ਹੀ ਹੈ ਕਿ ਮਦਨ ਦੀ ਘਰਵਾਲੀ ਕਿੰਨੀ ਮੀਸਣੀ ਹੈ। ਜਦੋਂ ਬੱਚਾ ਹੋ ਜਾਵੇਗਾ ਉਦੋਂ ਅਲੱਗ ਕਰ ਦੇਵਾਂਗੇ। ਆਪੇ ਬਣਾਉਣ ਆਪੇ ਖਾਣ, ਅਸੀਂ ਕੋਈ ਉਹਨਾਂ ਦਾ ਠੇਕਾ ਨਹੀਂ ਲਿਆ। ਨਾਲੇ ਤੁਹਾਡੇ ਬੱਚੇ ਵੀ ਸੁੱਖ ਨਾਲ ਜਵਾਨ ਹੋ ਗਏ ਹਨ। ਜੋਤੀ ਵੀ ਬਿਲਕੁਲ ਠੀਕ ਕਹਿੰਦੀ ਹੈ। ਕਈ ਸਾਲਾਂ ਤੋਂ ਜੋਤੀ ਸਾਡੀ ਸੇਵਾ ਕਰਦੀ ਆਈ ਹੈ। ਗੁਰਸ਼ਰਨ ਵੱਡੀ ਨਹੁੰ ਦੀ ਸਿਫਤ ਕਰਦੀ ਬੋਲੀ, ਚੰਗਾ ਜਿਵੇਂ ਤੁਹਾਡੀ ਮਰਜ਼ੀ। ਇਹ ਕਹਿ ਕੇ ਜਸਵੀਰ ਉੱਠ ਕੇ ਚਲਾ ਗਿਆ। ਗੁਰਸ਼ਰਨ ਆਪਣੇ ਵੱਡੇ ਪੋਤਰੇ ਨੂੰ ਲੈ ਕੇ ਵੱਡੇ ਕਮਰੇ ਵਿੱਚ ਚਲੀ ਗਈ। ਪਿਓ ਦਾ ਪੈਸਾ ਧੇਲਾ ਗੁਰਸ਼ਰਨ ਦਾ ਹੋ ਗਿਆ ਅਤੇ ਨੋਮੀਨੇਸ਼ਨ ਜਸਵੀਰ ਦੇ ਨਾਮ ਕੀਤਾ ਗਿਆ। ਜਸਵੀਰ ਨਾਲ ਗੁਰਸ਼ਰਨ ਪੈਨਸ਼ਨ ਲੈਣ ਜਾਂਦੀ। ਕਦੀ ਗੁਰਸ਼ਰਨ ਸਾਈਨ ਕਰ ਦਿੰਦੀ ਅਤੇ ਜਸਵੀਰ ਪੈਨਸ਼ਨ ਲਿਆ ਕੇ ਦੇ ਦਿੰਦਾ। ਜਸਵੀਰ ਦਾ ਕਾਰੋਬਾਰ ਚਮਕ ਰਿਹਾ ਸੀ। ਪਿਓ ਦਾ ਪੈਸਾ ਵੀ ਰੰਗ ਦਿਖਾ ਰਿਹਾ ਸੀ। ਇਹੀ ਗੱਲ ਹੋਈ ਜਸਵੀਰ ਨਾਲ। ਮਾਇਆ ਨੂੰ ਮਾਇਆ ਮਿਲੇ, ਕਰ ਲੰਬੇ ਹੱਥ। ਗੁਰਸ਼ਰਨ ਦੇ ਠਾਠ
ਦਿਨੋਂ ਦਿਨ ਵੱਧ ਰਹੇ ਸਨ। ਮਦਨ ਦੇ ਘਰ ਕੁੜੀ ਨੇ ਜਨਮ ਲਿਆ। ਮਦਨ ਨੇ ਰੱਬ ਦਾ ਧੰਨਵਾਦ ਕੀਤਾ। ਬਗੈਰ ਕਿਸੇ ਗੱਲ ਬਹਾਨੇ ਨਾਲ ਕਲੇਸ਼ ਰਹਿਣ ਲੱਗ ਪਿਆ। ਜੋਤੀ ਅਤੇ ਗੁਰਸ਼ਰਨ ਜਿਹੜੀ ਜਸਵੀਰ ਦੇ ਖੂਬ ਕੰਨ ਭਰਦੀਆਂ, ਖੈਰ ਚਲਾਕ ਉਹ ਘੱਟ ਸਨ, ਸਭ ਨਹਿਲੇ ਦੇ ਦਹਿਲੇ ਹੀ ਸਨ। ਅਕਸਰ ਜਸਵੀਰ ਮਦਨ ਨਾਲ ਘੱਟ ਹੀ ਗੱਲ ਕਰਦਾ। ਮਾਮੂਲੀ ਜਿਹੀ ਗੱਲ ਤੋਂ ਪਿਛਲੇ 3 ਮਹੀਨਿਆਂ ਤੋਂ ਜਸਵੀਰ ਨੇ ਮਦਨ ਨਾਲ ਬੋਲਚਾਲ ਬੰਦ ਕੀਤਾ ਸੀ। ਮਾਂ ਕਾਹਦੀ ਡੈਣ ਨਾਲੋਂ ਵੱਧ ਨਿਕਲੀ। ਭਰਾਵਾਂ ਵਿੱਚ ਸੁਲਾਹ ਕਰਾਉਣ ਦੀ ਥਾਂ ਭਰਾਵਾਂ ਵਿੱਚ ਹੋਰ ਫੁੱਟ ਪਾਉਣ ਵਿੱਚ ਉਸਨੂੰ ਜ਼ਿਆਦਾ ਸੁੱਖ ਮਿਲਦਾ। ਮਦਨ ਦੀ ਜਨਾਨੀ ਖੂਬ ਕਲਪਦੀ, ਅੰਦਰੋਂ ਖੂਬ ਗਾਲਾਂ ਕੱਢਦੀ। ਮਦਨ ਅਕਸਰ ਆਪਣੀ ਜਨਾਨੀ ਨੂੰ ਇਹ ਲਫ਼ਜ਼ ਕਹਿੰਦਾ, ਰਜਨੀ ਮੈਨੂੰ ਉਮੀਦ ਨਹੀਂ ਸੀ ਕਿ ਮੇਰੀ ਭਰਜਾਈ ਮੇਰੇ ਨਾਲ ਇੱਦਾਂ ਕਰੇਗੀ। ਰੱਬ ਦੀ ਸਹੁੰ ਮੈਂ ਇਸ ਨੂੰ ਆਪਣੀ ਭਰਜਾਈ ਘੱਟ ਅਤੇ ਮਾਂ ਜ਼ਿਆਦਾ ਸਮਝਦਾ ਸੀ। ਕਦੇ ਵੀ ਇਸ ਦੇ ਅੱਗੇ ਨਹੀਂ ਬੋਲਿਆ ਅਤੇ ਇਸ ਨੇ ਮੇਰੇ ਨਾਲ ਪੱਕੀ ਦੁਸ਼ਮਣੀ ਕੀਤੀ। ਜਦ ਕਦੇ ਵੀ ਘਰ ਕਲੇਸ਼ ਹੁੰਦਾ, ਭਰਾ ਭਰਜਾਈ ਨੂੰ ਕੁਝ ਕਹਿੰਦਾ ਤਾਂ ਮੈਂ ਹਮੇਸ਼ਾ ਭਰਜਾਈ ਦਾ ਸਾਥ ਦਿੰਦਾ। ਹੁਣ ਉਹੀ ਭਰਜਾਈ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸੂਰ ਦੀ ਅੱਖ ਨਾਲ ਵੇਖਦੀ ਹੈ। ਰਜਨੀ ਮਦਨ ਦੀ ਗੱਲ ਵਿੱਚ ਆਪਣੀ ਸਹਿਮਤੀ ਜਤਾਉਂਦੀ ਬੋਲੀ, ਦੀਦੀ ਤਾਂ ਮਾਤਾ ਜੀ ਅਤੇ ਭਰਾ ਜੀ ਨੂੰ ਭੜਕਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ। ਨਿੱਤ ਹੀ ਕੋਈ ਨਾ ਕੋਈ ਚੁਗਲੀ ਕਰਦੀ ਰਹਿੰਦੀ ਹੈ। ਬੰਦਾ ਘਰ ਵਿੱਚ ਮਗਰੋਂ ਵੜੇ, ਚੁਗਲੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਰਜਨੀ ਛੱਡਿਆ ਕਰ, ਮਾਤਾ ਕਿਹੜਾ ਦੁੱਧ ਧੋਤੀ ਹੈ ਅਤੇ ਭਾ ਵੀ ਕਿਹੜਾ ਘੱਟ ਹੈ। ਸਭ ਚੁਸਤ ਚਲਾਕ ਹਨ, ਇੱਕੋ ਥਾਲੀ ਦੇ ਚੱਟੇ ਵੱਟੇ ਹਨ। ਮਾਤਾ ਨੂੰ ਤਾਂ ਵੱਡੇ 9 ਪੁੱਤ ਅਤੇ ਉਹਨਾਂ ਦੇ ਬੱਚੇ ਹੀ ਚੰਗੇ ਲੱਗਦੇ ਹਨ। ਸਾਡੀ ਤਾਂ ਹਾਲਤ ਹੀ ਕੁੱਤਿਆਂ ਵਾਲੀ ਹੋ ਗਈ ਹੈ। ਤੁਹਾਡਾ ਭਰਾ ਵੀ ਬਦਲ ਗਿਆ ਹੈ, ਬਿਨਾਂ ਗੱਲ ਤੋਂ ਬੁਲਾਉਣਾ ਛੱਡੀ ਬੈਠਾ ਹੈ। ਜਨਾਨੀ ਦੀ ਗੱਲ ਵਿੱਚ ਮਦਨ ਨੂੰ ਸੱਚਾਈ ਨਜ਼ਰ ਆਈ। ਮਦਨ ਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਸੀ ਕਿ ਮੁੰਡੇ ਤਾਂ ਅਸੀਂ ਦੋਵੇਂ ਹੀ ਮਾਤਾ ਜੀ ਦੇ ਹਾਂ, ਤਾਂ ਫਿਰ ਮੇਰੇ ਨਾਲ ਇੰਨਾ ਫਰਕ ਕਿਉਂ? ਪਾਪਾ ਜੀ ਦਾ ਝੁਕਾਅ ਵੀ ਜਸਵੀਰ ਭਾ ਤੇ ਭਰਜਾਈ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਸਨ। ਚੁਗਲਖੋਰ ਵੱਡੀ ਭਰਜਾਈ ਨੂੰ ਆਪਣੇ ਬੱਚੇ ਵੱਡੇ ਹੁੰਦੇ ਨਜ਼ਰ ਆ ਰਹੇ ਸਨ। ਦਿਓਰ ਅਤੇ ਉਸਦਾ ਪਰਿਵਾਰ ਉਸਨੂੰ ਕੰਡੇ ਵਾਂਗ ਚੁੱਭ ਰਹੇ ਸਨ। ਕਿਹੜਾ ਵੇਲਾ ਆਵੇ ਉਹਨਾਂ ਨੂੰ ਘਰੋਂ ਬਾਹਰ ਕੱਢਿਆ ਜਾਵੇ। ਅਚਾਨਕ ਗੁਰਸ਼ਰਨ ਦੇ ਸੁਭਾਅ ਤੇ ਵਰਤਾਓ ਵਿੱਚ ਹੈਰਾਨੀ ਭਰੀ ਤਬਦੀਲੀ ਆ ਗਈ। ਗੁਰਸ਼ਰਨ ਦਾ ਮਦਨ ਦੇ ਪਰਿਵਾਰ ਪ੍ਰਤੀ ਰੁੱਖ ਕਾਫੀ ਨਰਮ ਹੋ ਗਿਆ। ਇੱਕ ਦਿਨ ਰਜਨੀ ਮਦਨ ਨਾਲ ਗੱਲ ਕਰਦੀ ਕਹਿਣ ਲੱਗੀ, ਦੇਖੋ ਜੀ ਮਾਤਾ ਦੇ ਤੇਵਰ ਬਦਲੇ ਨਜ਼ਰ ਆ ਰਹੇ ਹਨ। ਕੋਈ ਮਤਲਬ ਜ਼ਰੂਰ ਹੋਵੇਗਾ। ਸ਼ੇਰ ਆਪਣੀ ਗਰਜ ਕਦੇ ਨਹੀਂ ਭੁੱਲਦਾ। ਇਹ ਜ਼ਰੂਰੀ ਨਹੀਂ ਰਜਨੀ, ਆਪਾਂ ਮਾਤਾ ਜੀ ਦੇ ਬੱਚੇ ਹਾਂ, ਮਾਂ ਪਿਓ ਨੂੰ ਕਦੇ ਨਾ ਕਦੇ ਬੱਚਿਆਂ ਦਾ ਖਿਆਲ ਆਉਂਦਾ ਹੀ ਹੈ। ਬੋਲਿਆ ਮਦਨ ਖੁਸ਼ ਹੁੰਦਾ ਹੋਇਆ, ਉਹ ਗੱਲ ਤਾਂ ਠੀਕ ਹੈ, ਪਰ ਮੈਨੂੰ ਦਾਲ ਵਿੱਚ ਕੁਝ ਕਾਲਾ ਨਜ਼ਰ ਆਉਂਦਾ ਹੈ। ਖਾਮੋਸ਼ੀ ਕਿਸੇ ਵੱਡੇ ਤੂਫਾਨ ਦੀ ਨਿਸ਼ਾਨੀ ਲੱਗਦੀ ਹੈ। ਰਜਨੀ ਤੂੰ ਕਾਫੀ ਦੁਨੀਆ ਦੇਖੀ ਹੈ, ਤੇਰੀ ਗੱਲ ਵੀ ਠੀਕ ਹੋ ਸਕਦੀ ਹੈ। ਫਿਰ ਵੀ ਹਰ ਸਮੇਂ ਕਿਸੇ ਉੱਪਰ ਸ਼ੱਕ ਕਰਨਾ ਠੀਕ ਹੈ। ਮਾਤਾ ਜੀ ਨੇ ਸਾਡੇ ਨਾਲ ਘੱਟ ਨਹੀਂ ਕੀਤਾ, ਫਿਰ ਵੀ ਕਦੇ ਨਾਰਮਲ ਤਰੀਕੇ ਨਾਲ ਸੋਚ ਲਈ। ਤੁਹਾਡੀ ਗੱਲ ਠੀਕ ਨਿਕਲੇ, ਸਾਨੂੰ ਹੋਰ ਕੀ ਚਾਹੀਦਾ? ਮੈਂ ਇੱਕ ਵਾਰ ਫਿਰ ਕਹਿੰਦੀ ਹਾਂ, ਇਸ ਬਦਲਾਅ ਵਿੱਚ ਕੋਈ ਰਾਜ ਜ਼ਰੂਰ ਹੈ। ਠੀਕ ਹੈ ਰਜਨੀ, ਜਦ ਸਮਾਂ ਆਵੇਗਾ ਤਾਂ ਦੇਖਿਆ ਜਾਵੇਗਾ। ਮਦਨ ਗੱਲ ਨੂੰ ਖਤਮ ਕਰਦਾ ਹੋਇਆ ਬੋਲਿਆ। ਕੁਝ ਦਿਨ ਬਾਅਦ ਗੁਰਸ਼ਰਨ ਨੇ ਮਦਨ ਨੂੰ ਕਿਹਾ, ਦੇਖ ਮਦਨ, ਅਗਲੇ ਹਫ਼ਤੇ ਸੁਲਤਾਨਪੁਰ ਜਾਣਾ ਹੈ। ਤੇਰੇ ਵੱਡੇ ਚਾਚੇ ਦਾ ਫੋਨ ਆਇਆ ਸੀ, ਦਾਦੇ ਦੀ ਜਾਇਦਾਦ ਵੇਚਣੀ ਹੈ। ਤੁਹਾਡੇ ਪਾਪਾ ਜੀ ਤਾਂ ਰਹੇ ਨਹੀਂ, ਤੁਸੀਂ ਦੋਵੇਂ ਭਰਾ ਵਾਰਸ ਹੋ, ਤੁਹਾਡਾ ਦੋਵਾਂ ਦਾ ਹੱਕ ਬਣਦਾ ਹੈ। ਵਿਚਕਾਰ ਵਾਲਾ ਤੇਰਾ ਜੱਗਾ ਚਾਚਾ ਪੰਗਾ ਖੜਾ ਕਰ ਰਿਹਾ ਹੈ, ਉਸਦਾ ਫਿਕਰ ਨਹੀਂ, ਜਸਵੀਰ ਦੇਖ ਲਵੇਗਾ। ਤੇਰੀ ਭੂਆ ਦੇ ਮੁੰਡੇ ਵੀ ਉੱਠ ਖੜ੍ਹੇ ਹੋਏ ਹਨ। ਚੰਗਾ, ਜਿਵੇਂ ਤੁਹਾਡੀ ਮਰਜ਼ੀ, ਮਦਨ ਨੇ ਆਗਿਆਕਾਰੀ ਪੁੱਤਰ ਦੀ ਤਰ੍ਹਾਂ ਕਿਹਾ। ਮਦਨ ਨੂੰ ਰਜਨੀ ਦੀਆਂ ਗੱਲਾਂ ਸੱਚ ਲੱਗੀਆਂ। ਸੱਚ ਹੀ ਮਾਤਾ ਜੀ ਨੂੰ ਆਪਣੇ ਮਤਲਬ ਲਈ ਤਬਦੀਲੀ ਆਈ ਸੀ। ਇਸ ਗੱਲ ਤੋਂ ਮਦਨ ਨੂੰ ਦੁੱਖ ਤਾਂ ਬਹੁਤ ਲੱਗਿਆ, ਪਰ ਕਰ ਕੀ ਸਕਦਾ ਸੀ। ਆਸ ਦੀ ਇੱਕ ਕਿਰਨ ਨਜ਼ਰ ਆਈ ਸੀ, ਉਹ ਵੀ ਮਿਰਗ ਤ੍ਰਿਸ਼ਨਾ ਸਾਬਤ ਹੋਈ। ਦਾਦੇ ਦੀ ਜਾਇਦਾਦ ਵੰਡੀ ਗਈ। ਸਾਰੇ ਦਾ ਸਾਰਾ ਪੈਸਾ ਗੁਰਸ਼ਰਨ ਅਤੇ ਜਸਵੀਰ ਨੇ ਸਾਂਭ ਲਿਆ। ਕੁਝ ਮਹੀਨੇ ਤਾਂ ਸਭ ਕੁਝ ਠੀਕ ਚੱਲਿਆ, ਫਿਰ ਉਹੀ ਕੰਜਰ ਘੜੀ ਘੁਲਣ ਲੱਗ ਪਈ।
ਇੱਕ ਦਿਨ ਗੁਰਸ਼ਰਨ ਨੇ ਆਪਣੀ ਇੱਕ ਘਰੇਲੂ ਮੀਟਿੰਗ ਸੱਦੀ। ਫੈਸਲਾ ਕਰਨ ਲਈ। ਫੈਸਲਾ ਕਾਹਦਾ? ਬਸ ਮਦਨ ਵਾਸਤੇ ਹੁਕਮ ਸੀ। ਦੇਖੋ ਜਸਵੀਰ ਅਤੇ ਮਦਨ, ਤੁਹਾਡੇ ਪਾਪਾ ਜੀ ਤਾਂ ਤੁਹਾਡੇ ਸਿਰ 'ਤੇ ਨਹੀਂ ਰਹੇ। ਮੈਂ ਬੁੱਢੀ ਠੇਰੀ, ਪਿਓ ਦੀ ਪੈਨਸ਼ਨ ਕਿੰਨੀ ਕੁ ਆਉਂਦੀ ਹੈ? ਮਰ ਕੇ ਗੁਜ਼ਾਰਾ ਹੀ ਹੁੰਦਾ ਹੈ। ਮੇਰੀਆਂ 100 ਕਬੀਲਦਾਰੀਆਂ, ਰਿਸ਼ਤੇਦਾਰ ਤਾਂ ਦੂਰ ਦੂਰ ਬੈਠੇ ਹਨ। ਸਭ ਨੂੰ ਮਿਲਣਾ ਗਿਲਣਾ ਹੁੰਦਾ ਹੈ। ਕੋਈ ਨਾ ਕਹਿ ਕੇ ਕੁਲਭੂਸ਼ਣ ਤੁਰ ਗਿਆ। ਉਸਦੇ ਪਰਿਵਾਰ ਨੇ ਮਿਲਣਾ ਗਲਣਾ ਬੰਦ ਕਰ ਦਿੱਤਾ। ਮੈਂ ਹੁਣ ਆਜ਼ਾਦ ਹੋਣਾ ਚਾਹੁੰਦੀ ਹਾਂ, ਸੋ ਮੈਂ ਤੁਹਾਨੂੰ ਦੋਵਾਂ ਭਰਾਵਾਂ ਨੂੰ ਅਲੱਗ ਅਲੱਗ ਕਰਦੀ ਹਾਂ। ਆਪੋ ਆਪਣੀਆਂ ਜ਼ਿੰਮੇਵਾਰੀਆਂ ਚੱਕੋ ਅਤੇ ਮੈਨੂੰ ਸਰਖਰੂ ਕਰੋ। ਗੁਰਸ਼ਰਨ ਨੇ ਆਪਣੀ ਗੱਲ ਪੂਰੀ ਕੀਤੀ। ਹਾਂ ਠੀਕ ਹੀ ਤਾਂ ਮਾਤਾ ਜੀ ਕਹਿੰਦੇ ਹਨ। ਉਹ ਸਾਡਾ ਬੋਝ ਕਦ ਤੱਕ ਚੁੱਕਣਗੇ? ਆਪਣੀਆਂ ਆਪਣੀਆਂ ਕੱਢੋ ਅਤੇ ਆਪਣੀਆਂ ਆਪਣੀਆਂ ਖਾਓ। ਤੇਜ਼ ਤਕਰਾਰ ਰੁੱਖੀ ਜਿਹੀ ਭਾਸ਼ਾ ਵਿੱਚ ਜੋਤੀ ਬੋਲੀ। ਤੇਰੇ ਬੋਲਣ ਦੀ ਬਹੁਤ ਜ਼ਰੂਰਤ ਹੈ। ਬਹੁਤੀ ਪ੍ਰਧਾਨ ਨਾ ਬਣਿਆ ਕਰ। ਅਸੀਂ ਗੱਲ ਕਰਨ ਵਾਲੇ ਨਹੀਂ। ਜਸਵੀਰ ਖਿੱਝ ਕੇ ਬੋਲਿਆ। ਕਿਉਂ ਨਹੀਂ ਬੋਲਣਾ ਬਣਦਾ ਜੋਤੀ ਦਾ? ਇਹ ਮੇਰੀ ਵੱਡੀ ਨੂੰਹ ਆ ਅਤੇ ਘਰ ਦੀ ਮਾਲਕਣ ਹੈ। ਜੋਤੀ ਦਾ ਪੱਖ ਪੂਰਦੀ ਗੁਰਸ਼ਰਨ ਬੋਲੀ। ਮਦਨ ਹੈਰਾਨ ਹੁੰਦਾ ਬੋਲਿਆ, ਜਿਵੇਂ ਤੁਹਾਡੀ ਮਰਜ਼ੀ, ਤੁਸੀਂ ਸਿਆਣੇ ਹੋ, ਤੁਸੀਂ ਕਿਹੜਾ ਸਾਡਾ ਬੁਰਾ ਕਰੋਗੇ? ਦੁਖੀ ਤਾਂ ਭਾਵੇਂ ਬਹੁਤ ਸੀ ਮਦਨ ਮਾਂ ਦੇ ਇਸ ਫੈਸਲੇ ਤੋਂ। ਲੋਹਾ ਗਰਮ ਵੇਖ ਗੁਰਸ਼ਰਨ ਇੱਕ ਵਾਰ ਹੋਰ ਕਰਦੀ ਬੋਲੀ, ਨਾਲੇ ਇੱਕ ਗੱਲ ਹੋਰ, ਸਭ ਇੱਥੇ ਬੈਠਿਓ, ਮੈਂ ਜਸਵੀਰ ਕੋਲ ਹੀ ਰਹਿਣਾ, ਮੈਨੂੰ ਕੋਈ ਮਜਬੂਰ ਨਾ ਕਰੇ। ਹੁਣ ਰਜਨੀ ਬੋਲ ਪਈ। ਮਾਤਾ ਜੀ ਪੁੱਤ ਤਾਂ ਦੋਵੇਂ ਤੁਹਾਡੇ ਹਨ, ਜਿਸ ਕੋਲ ਮਰਜ਼ੀ ਰਹੋ। ਦੋਵਾਂ ਦਾ ਤੁਹਾਡੀ ਇੱਜ਼ਤ ਕਰਨਾ ਫਰਜ਼ ਬਣਦਾ ਹੈ। ਇੱਕ ਦਾ ਨਾਮ ਤੁਸੀਂ ਕਿਉਂ ਲੈਂਦੇ ਹੋ ਕਿ ਮੈਂ ਇੱਕ ਕੋਲ ਰਹਿਣਾ ਹੈ? ਮੇਰੀ ਮਰਜ਼ੀ, ਮੈਂ ਤਾਂ ਜਸਵੀਰ ਕੋਲ ਹੀ ਰਹਿਣਾ ਹੈ। ਗੁਰਸ਼ਰਨ ਆਕੜ ਕੇ ਬੋਲੀ। ਮਾਂ ਦੀਆਂ ਦਿਲ ਸਾੜ ਦੇਣ ਵਾਲੀਆਂ ਗੱਲਾਂ ਸੁਣ ਕੇ ਮਦਨ ਖਿੱਝ ਕੇ ਬੋਲਿਆ, ਅੱਛਾ ਮਾਤਾ ਜੀ, ਤੁਹਾਡੀ ਮਰਜ਼ੀ, ਸਾਡੀ ਕੀ ਹਿੰਮਤ ਤੁਹਾਡਾ ਹੁਕਮ ਮੋੜ ਸਕੀਆ? ਘਰ ਗੁਜ਼ਾਰਾ ਕਰਨ ਲਈ ਮਹੀਨੇ 15 ਦਿਨ ਦਾ ਰਾਸ਼ਨ ਪਾਣੀ ਦੇ ਕੇ ਮਦਨ ਨੂੰ ਅਲੱਗ ਕਰ ਦਿੱਤਾ। ਹੇਠਲੀ ਬੈਠਕ ਵਿੱਚ ਮਦਨ ਦਾ ਸਮਾਨ ਸੀ, ਉੱਪਰਲੀ ਮੰਜ਼ਲ 'ਤੇ ਰਸੋਈ। ਗੁਰਸ਼ਰਨ ਅਤੇ ਜੋਤੀ ਇੰਨੀਆਂ ਚਲਾਕ ਨਿਕਲੀਆਂ, ਹੌਲੀ ਹੌਲੀ ਕਰਕੇ ਉੱਪਰ ਦੀ ਰਸੋਈ ਦਾ ਸਾਰਾ ਸਮਾਨ ਹੇਠਾਂ ਲੈ ਗਈਆਂ। ਉੱਪਰ ਇੱਕ ਕੱਪ ਤੱਕ ਨਾ ਰਹਿਣ ਦਿੱਤਾ। ਰਜਨੀ ਫੇਰ ਗਰਭਵਤੀ ਹੋ ਗਈ। ਪਹਿਲਾਂ ਵੀ ਇੱਕ ਕੁੜੀ ਸੀ, ਹਾਲੇ ਉਹ ਵੀ ਛੋਟੀ। ਰਜਨੀ ਦਾ ਮਨ ਭਰਦੀ ਮਦਨ ਨੂੰ ਕਹਿਣ ਲੱਗੀ, ਦੇਖੋ ਜੀ, ਸਾਡੇ ਨਾਲ ਮਾਤਾ ਜੀ ਅਤੇ ਜੋਤੀ ਨੇ ਕਿੰਨਾ ਮਾੜਾ ਕੀਤਾ। ਰਸੋਈ ਤਾਂ ਐਵੇਂ ਖਾਲੀ ਕੀਤੀ ਜਿਵੇਂ ਅਸੀਂ ਕਿਰਾਏਦਾਰ ਰਹਿਣ ਆਏ ਹੋਈਏ। ਅਸੀਂ ਘਰ ਦੇ ਮੈਂਬਰ ਨਹੀਂ। ਕੁੜੀ ਅਜੇ 6 ਮਹੀਨੇ ਦੀ ਹੈ, ਸਾਨੂੰ ਅਲੱਗ ਕਰ ਦਿੱਤਾ। ਮਾਤਾ ਜੀ ਦੀ ਬਦਸਲੂਕੀ ਤਾਂ ਹੱਦੋਂ ਵੱਧ ਗਈ ਹੈ। ਉੱਪਰ ਵਾਲੇ ਕਮਰੇ ਵਿੱਚ ਅਗਰ ਮਦਨ ਕੱਲਾ ਟੈਲੀਵਿਜ਼ਨ ਦੇਖਦਾ ਤਾਂ ਗੁਰਸ਼ਰਨ ਨਾ ਕੋਈ ਪ੍ਰੋਗਰਾਮ ਵੇਖਦੀ ਅਤੇ ਨਾ ਹੀ ਆਇਆ ਗਿਆ। ਸਭ ਦੇ ਸਾਹਮਣੇ ਟੈਲੀਵਿਜ਼ਨ ਅਤੇ ਲਾਈਟਾਂ ਦੇ ਸਵਿੱਚ ਬੰਦ ਕਰ ਦਿੰਦੀ ਅਤੇ ਕਹਿੰਦੀ, ਇੱਕ ਕਮਰੇ ਵਿੱਚ ਟੈਲੀਵਿਜ਼ਨ ਦੇਖੋ, ਇੰਨਾ ਬਿੱਲ ਕੌਣ ਦੇਵੇਗਾ? ਵੈਸੇ ਤਾਂ ਮੇਰੇ ਪੇਕਿਆਂ ਤੋਂ ਕੋਈ ਫੋਨ ਆਉਂਦਾ ਹੀ ਨਹੀਂ। ਅਗਰ ਬਦਕਿਸਮਤੀ ਨਾਲ ਆ ਵੀ ਜਾਵੇ ਤਾਂ ਇਹ ਨਹੁੰ ਸੱਸ ਹੇਠਾਂ ਤੋਂ ਹੀ ਫੋਨ ਚੁੱਕ ਲੈਂਦੀਆਂ। ਆਵਾਜ਼ ਸਹੀ ਨਾ ਆਉਣ ਕਰਕੇ ਫੋਨ ਬੰਦ ਕਰ ਦਿੰਦੀ ਹਾਂ। ਦੁਖੀ ਹੋ ਕੇ 1-2 ਵਾਰ ਪਿਤਾ ਜੀ ਆਏ ਸੀ, ਉਹਨਾਂ ਦੀ ਵੀ ਬੇਇੱਜ਼ਤੀ ਕਰ ਦਿੱਤੀ ਮਾਤਾ ਜੀ ਨੇ। ਸਾਡੀ ਤਾਂ ਘਰ ਵਿੱਚ ਕੋਈ ਕੀਮਤ ਹੀ ਨਹੀਂ, ਕਿਉਂ ਜੋ ਅਸੀਂ ਗਰੀਬ ਜੋ ਹੋ। ਅੱਜ ਰਜਨੀ ਮਨ ਭਰ ਕੇ ਮਦਨ ਨਾਲ ਗੱਲਾਂ ਕਰ ਰਹੀ ਸੀ ਤੇ ਨਾਲ ਨਾਲ ਰੋਈ ਜਾ ਰਹੀ ਸੀ। ਅੱਜ ਮਦਨ ਦਾ ਵੀ ਮਨ ਬਹੁਤ ਭਰ ਗਿਆ ਰਜਨੀ ਨੂੰ ਦੁਖੀ ਵੇਖ ਕੇ। ਉਸ ਦਾ ਮਨ ਬਹੁਤ ਦੁਖੀ ਹੋਇਆ। ਰਜਨੀ, ਤੇਰੀਆਂ ਸਾਰੀਆਂ ਗੱਲਾਂ ਠੀਕ ਹਨ, ਇਹਨਾਂ ਨੂੰ ਤਾਂ ਸਾਡਾ ਆਪਸ ਦਾ ਪਿਆਰ ਵੀ ਅੱਖਾਂ ਵਿੱਚ ਰੜਕਦਾ ਹੈ। ਦੋਵੇਂ ਕਹਿੰਦੀਆਂ ਫਿਰਦੀਆਂ ਹਨ ਕਿ ਜਨਾਨੀ ਦਾ ਗੁਲਾਮ। ਅਗਰ ਇਹਨਾਂ ਦਾ ਕੋਈ ਆਪਣਾ ਰਿਸ਼ਤੇਦਾਰ ਮਿਲਣ ਆ ਜਾਂਦਾ ਤੇ ਸਾਨੂੰ ਮਿਲਣ ਨਹੀਂ ਦਿੰਦੀਆਂ। ਉਸ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਹਨ ਕਿ ਅਸੀਂ ਕੋਈ ਚੁਗਲੀ ਹੀ ਨਾ ਲਗਾ ਦਈਏ। ਛੱਡ ਰਜਨੀ, ਇਹੋ ਜਿਹੀਆਂ ਕੋਈ ਗੱਲ ਨਹੀਂ। ਰਿਸ਼ਤੇਦਾਰਾਂ ਦੀਆਂ ਅੱਖਾਂ ਬੰਦ ਹਨ, ਉਹਨਾਂ ਨੂੰ ਨਹੀਂ ਪਤਾ ਲੱਗਦਾ। ਉਹ ਸਾਨੂੰ ਨਹੀਂ ਜਾਣਦੇ, ਇਹਨਾਂ ਨੂੰ ਨਹੀਂ ਜਾਣਦੇ। ਇਹ ਸਭ ਇਹਨਾਂ ਦੇ ਹਨ, ਸਭ ਪੈਸੇ ਵੱਲ ਝੁਕਦੇ ਹਨ। ਨਾਲੇ ਫਿਰ ਕੋਈ ਮਾੜਾ ਨਹੀਂ ਮੰਨਣਾ ਚਾਹੁੰਦਾ ਜੀ। ਰਿਸ਼ਤੇਦਾਰਾਂ ਨੂੰ ਦੋਸ਼ ਦੇਣ ਦਾ ਕੀ ਫਾਇਦਾ? ਸਭ ਨੂੰ ਪਤਾ ਇਹਨਾਂ ਦੀਆਂ ਕਰਤੂਤਾਂ ਦਾ। ਜਦ ਕਿਸੇ ਦੀ ਗੱਲ ਮੰਨਣੀ ਹੀ ਨਹੀਂ ਤਾਂ ਕੋਈ ਕੀ ਕਰੇ? ਨਾਲੇ ਫਿਰ ਕਿਸੇ ਨੂੰ ਕਿਸੇ ਦੀ ਸਿਰਦਰਦੀ ਲੈਣ ਦਾ ਕੀ ਫਾਇਦਾ? ਰਜਨੀ ਅਤੇ ਮਦਨ ਕਾਫੀ ਕਲਪੇ ਹੋਏ ਸਨ। ਦਿਨੋਂ ਦਿਨ ਜੋਤੀ ਅਤੇ ਗੁਰਸ਼ਰਨ ਦੇ ਤੇਵਰ ਬਦਲ ਰਹੇ ਸਨ।
ਹੋਸ਼ੇ ਹਥਿਆਰ ਉੱਤੇ ਉਤਰ ਆਈਆਂ ਸਨ। ਜਸਵੀਰ ਵੀ ਪੂਰਾ ਸਾਥ ਦੇ ਰਿਹਾ ਸੀ ਦੋਵਾਂ ਦਾ, ਜਿਵੇਂ ਤਿੰਨੋਂ ਇੱਕ ਮਿਸ਼ਨ ਦੇ ਕੰਮ ਕਰ ਰਹੇ ਹੋਣ। ਇੱਕ ਖਾਸ ਕਿਸਮ ਦੀ ਲੜਾਈ ਜਿਸ ਨੂੰ ਜਿੱਤਣਾ ਉਹਨਾਂ ਲਈ ਜ਼ਰੂਰੀ ਸੀ। ਗੁਰਸ਼ਨ ਤਾਂ ਪਹਿਲਾਂ ਹੀ ਮੂੰਹ ਜੋੜ ਸੀ ਤੇ ਤਮੀਜ਼ ਨਾ ਜੋਤੀ ਨੂੰ ਸੀ ਤੇ ਨਾ ਹੀ ਜਸਵੀਰ ਨੂੰ ਰਹੀ। ਗਲੀ ਮੁਹੱਲੇ ਵਿੱਚ ਇਹਨਾਂ ਦੀ ਕਿਸੇ ਨਾਲ ਨਾ ਬਣੀ। ਸਭ ਨੂੰ ਇਹਨਾਂ ਦੀਆਂ ਕਰਤੂਤਾਂ ਦਾ ਪਤਾ ਸੀ ਕਿ ਮਦਨ ਦੇ ਪਰਿਵਾਰ ਨੂੰ ਨਜਾਇਜ਼ ਤੰਗ ਕਰ ਰਹੇ ਹਨ। ਕੋਈ ਇਹਨਾਂ ਦੀਆਂ ਗੱਲਾਂ ਵਿੱਚ ਆਉਣ ਨੂੰ ਤਿਆਰ ਨਹੀਂ ਸੀ। ਇਹ ਬੰਦੇ ਦੀ ਬੇਇੱਜ਼ਤੀ ਕਰਨ ਵਿੱਚ 1 ਮਿੰਟ ਨਹੀਂ ਲਗਾਉਂਦੇ ਸਨ। ਰਜਨੀ ਨੇ ਮਦਨ ਨੂੰ ਕਿਹਾ, ਜੀ ਮੈਨੂੰ ਤਾਂ ਇਹਨਾਂ ਦੀਆਂ ਨੀਤ ਜ਼ਿਆਦਾ ਹੀ ਖਰਾਬ ਲੱਗਦੀ ਪਈ ਹੈ। ਮੈਨੂੰ ਤਾਂ ਲੱਗਦਾ ਪਿਆ ਕਿ ਸਾਨੂੰ ਘਰੋਂ ਕੱਢ ਕੇ ਦਮ ਲੈਣਗੇ। ਇਹ ਕਿਵੇਂ ਹੋ ਸਕਦਾ ਹੈ? ਕੋਈ ਦਾਲੇ ਸ਼ਾਹ ਦੀ ਲੁੱਟ ਪਾਈ ਹੈ। ਕਾਨੂੰਨ ਵੀ ਕੋਈ ਚੀਜ਼ ਆ ਜੀ, ਇਹਨਾਂ ਸਾਹਮਣੇ ਹੱਕ ਦੀ ਗੱਲ ਕਰਨੀ ਫਜ਼ੂਲ ਹੈ। ਤੁਹਾਡੀ ਕੌਣ ਸੁਣੇਗਾ? ਦਾਦਾ ਜੀ ਦੀ ਜਾਇਦਾਦ ਵਿੱਚੋਂ ਤੁਹਾਨੂੰ ਕੀ ਮਿਲਿਆ? ਤੁਹਾਨੂੰ ਪਤਾ ਹੈ ਬੈਂਕ ਅਤੇ ਡਾਕਖਾਨੇ ਵਿੱਚ ਪਾਪਾ ਜੀ ਦੇ ਕਿੰਨੇ ਪੈਸੇ ਹਨ? ਸਾਰੇ ਦੇ ਸਾਰੇ ਇਹ ਸੱਪ ਦੀ ਤਰ੍ਹਾਂ ਕੁੰਡਲੀ ਮਾਰੀ ਬੈਠਾ ਸੀ। ਜਗਦੀਸ਼ ਨਾਲ ਗੱਲ ਕਰਾਂਗਾ, ਉਹ ਮੇਰੀ ਗੱਲ ਸਮਝੇਗਾ, ਨਾਲੇ ਉਹ ਘਰ ਦਾ ਜਵਾਈ ਹੈ। ਉਮੀਦ ਨਾਲ ਮਦਨ ਨੇ ਰਜਨੀ ਨੂੰ ਕਿਹਾ, ਮੇਰਾ ਮੂੰਹ ਨਾ ਖਲਵਾਓ ਤਾਂ ਚੰਗਾ ਹੈ। ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਜੀਜਾ ਤੁਹਾਡੀ ਮਦਦ ਕਰੇਗਾ। ਉਸ ਦੇ ਲੱਛਣ ਵੀ ਕੋਈ ਠੀਕ ਨਹੀਂ ਲੱਗਦੇ। ਤੂੰ ਤਾਂ ਬਸ ਰਜਨੀ ਐਵੇਂ ਜੋ ਤੇਰੇ ਮੂੰਹ ਵਿੱਚ ਆਉਂਦਾ ਬੋਲ ਦਿੰਦੀ ਆ। ਮੈਂ ਆਪਣੇ ਜੀਜੇ ਨੂੰ ਕਈ ਸਾਲਾਂ ਤੋਂ ਜਾਣਦਾ। ਉਹ ਮੇਰੇ ਨਾਲ ਸਹੀ ਗੱਲ ਕਰਦਾ, ਮੇਰਾ ਦੁੱਖ ਸਮਝਦਾ। ਵੇਲੇ ਕਵੇਲੇ ਉਸਨੇ ਮੇਰੀ ਮਦਦ ਵੀ ਕੀਤੀ ਹੈ। ਠੀਕ ਆ ਜੀ, ਤੁਸੀਂ ਕਹਿੰਦੇ ਹੋ ਤਾਂ ਤੁਹਾਡੀ ਗੱਲ ਮੰਨ ਲੈਂਦੀ ਹਾਂ, ਪਰ ਮੇਰਾ ਦਿਲ ਨਹੀਂ ਮੰਨਦਾ ਕਿ ਜਗਦੀਸ਼ ਜੀਜਾ ਜੀ ਤੁਹਾਡੀ ਮਦਦ ਕਰਨਗੇ। ਕੁਝ ਨਹੀਂ ਰਜਨੀ, ਜੋ ਹੋਵੇਗਾ ਵੇਖਿਆ ਜਾਵੇਗਾ। ਸਾਡੇ ਭਾਂਡੇ ਸੜਕ 'ਤੇ ਤਾਂ ਸੁੱਟ ਨਹੀਂ ਸਕਦੇ। ਅੱਗੇ ਸਾਡੀ ਕਿਸਮਤ ਕੁਸਮਤ ਕੀ ਹੈ? ਸਭ ਤਕੜੇ ਬੰਦੇ ਦਾ ਹੈ। ਇਹ ਗੱਲ ਸਹੀ ਹੈ। ਲੰਡਾ ਲੁੱਚਾ ਚੌਧਰੀ, ਗੁੰਡਾ ਰਨ ਪ੍ਰਧਾਨ। ਅੱਜ ਰੱਬ ਵੀ ਇਹਨਾਂ ਲੋਕਾਂ ਦਾ ਹੈ। ਸਾਡੇ ਵਰਗਿਆਂ ਦਾ ਕੁਝ ਨਹੀਂ ਸਵਾਰਦਾ। ਰੱਬ ਵੀ ਤਕੜਿਆਂ ਨੂੰ ਹੀ ਭਰਦਾ ਹੈ। ਗਰੀਬਾਂ ਨੂੰ ਤਾਂ ਭੁੱਖਾ ਮਾਰਨ ਵਿੱਚ ਕੋਈ ਕਸਰ ਨਹੀਂ ਛੱਡਦਾ। ਅੱਜ ਪਾਪ ਫਲ ਰਿਹਾ, ਸ਼ਰੀਫ ਇਮਾਨਦਾਰ ਆਦਮੀ ਭੁੱਖਾ ਮਰ ਰਿਹਾ ਹੈ। ਫਿਰ ਤੁਸੀਂ ਆਪਣੀ ਭਰਜਾਈ ਅਤੇ ਮਾਂ ਵੱਲ ਹੀ ਦੇਖ ਲਓ। ਰੱਜ ਕੇ ਚਲਾਕ ਤੇ ਕਮੀਨੀਆਂ ਹਨ। ਮੂੰਹ ਮੇ ਰਾਮ ਬਗਲ ਮੇ ਛੁਰੀ। ਸਭ ਇਹਨਾਂ ਦੀਆਂ ਹੀ ਮੋਮੋ ਠਗਣੀਆਂ ਗੱਲਾਂ ਵਿੱਚ ਆ ਜਾਂਦੇ ਹਨ। ਭਰਾ ਤੁਹਾਡਾ ਵੀ ਚੁੱਪਚਾਪ ਗੇਮ ਖੇਡ ਰਿਹਾ ਹੈ। ਇਹਨਾਂ ਦੇ ਬੱਚੇ ਤਾਂ ਪਲ ਗਏ, ਸਾਡੇ ਬੱਚਿਆਂ ਦਾ ਕੀ ਬਣੇਗਾ? ਇਹ ਤਾਂ ਸਾਡੇ ਸਿਰ ਤੋਂ ਛੱਤ ਖੋਹਣ ਲਈ ਤਿਆਰ ਬੈਠੇ ਹਨ। ਸਾਡੇ ਕੰਮ ਦਾ ਕੀ ਭਰੋਸਾ? ਅੱਜ ਹੈ ਤੇ ਕੱਲ੍ਹ ਨਹੀਂ। ਪਤਾ ਨਹੀਂ ਕਦ ਰੋਟੀ ਮਿਲਣੀ ਬੰਦ ਹੋ ਜਾਵੇ। ਮਾਤਾ ਜੀ ਕਿਸੇ ਨੂੰ ਕੁਝ ਬੋਲਣ ਨਹੀਂ ਦਿੰਦੇ। ਕਹਿੰਦੀ ਹੈ ਸਾਡੇ ਘਰ ਦਾ ਮਾਮਲਾ ਹੈ, ਫੈਸਲਾ ਫੂਸਲਾ ਕੀ ਕਰਨਾ ਹੁੰਦਾ ਹੈ। ਮਾਂ ਦਾ ਸਿਰ 7 ਚੁੱਲ੍ਹਿਆਂ ਦੀ ਸਵਾਹ। ਸਭ ਕੁਝ ਤਾਂ ਵੱਡੇ ਦੇ ਢਿੱਡ ਵਿੱਚ ਪਾ ਰਹੀ ਹੈ। ਸਭ ਨੂੰ ਪਤਾ ਹੈ ਕਿ ਹੁਕਮ ਤਾਂ ਇਹਨਾਂ ਦਾ ਹੀ ਚੱਲਦਾ ਹੈ। ਦੋਵੇਂ ਜਨਾਨੀ ਆਦਮੀ ਆਪਸ ਵਿੱਚ ਗੱਲਾਂ ਕਰਕੇ ਕਲਪ ਕੇ ਰਹਿ ਜਾਂਦੇ ਹਨ। ਉੱਪਰ ਉਹ ਤਿੰਨੋਂ ਜਾਣੇ ਨਿੱਤ ਕੋਈ ਨਾ ਕੋਈ ਸਕੀਮ ਘੜਦੇ, ਨਿੱਤ ਨਵਾਂ ਫੈਸਲਾ ਹੁੰਦਾ, ਨਿੱਤ ਗੁਰਸ਼ਨ ਮਦਨ ਲਈ ਕੋਈ ਨਵਾਂ ਹੁਕਮ ਕਰਦੀ ਰਹਿੰਦੀ। ਇੱਕ ਦਿਨ ਫਿਰ ਗੁਰਸ਼ਨ ਨੇ ਘਰੇਲੂ ਮੀਟਿੰਗ ਸੱਦੀ, ਸਲਾਹ ਮਸ਼ਵਰਾ ਕਰਨ ਲਈ। ਸਲਾਹ ਕਾਹਦੀ? ਕੁਟਲਨੀਤੀ ਸੀ ਤਿੰਨਾਂ ਦੀ। ਰਜਨੀ ਅਤੇ ਮਦਨ ਉੱਪਰ ਨਵਾਂ ਹੁਕਮ ਸੁਣਾਉਣ ਦੀ ਤਿਆਰੀ ਸੀ। ਦੇਖ ਮਦਨ, ਜਸਵੀਰ ਦੇ ਬੱਚੇ ਵੱਡੇ ਹੋ ਰਹੇ ਹਨ। ਤੇਰੇ ਬੱਚੇ ਵੀ ਕੱਲ੍ਹ ਨੂੰ ਜਵਾਨ ਹੋਣੇ ਹਨ। ਉਹਨਾਂ ਦੇ ਵਿਆਹ ਕਰਨੇ ਹਨ। ਇਸ ਮਕਾਨ ਵਿੱਚ 2 ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਹੈ। ਮੈਂ ਤੈਨੂੰ ਬਾਹਰ ਮਕਾਨ ਲੈ ਕੇ ਦਿੰਦੀ ਹਾਂ। ਮਾਤਾ ਦੀਆਂ ਗੱਲਾਂ ਸੁਣਦਿਆਂ ਮਦਨ ਗੁੱਸੇ ਵਿੱਚ ਬੋਲਿਆ, ਮਾਤਾ ਜੀ ਇਹ ਮਕਾਨ ਕੋਈ ਛੋਟਾ ਨਹੀਂ। 1 ਕਮਰੇ ਵਿੱਚ ਅਸੀਂ ਰਹਿ ਲਵਾਂਗੇ। ਅਸੀਂ ਕਿਸੇ ਨੂੰ ਤੰਗ ਥੋੜ੍ਹੀ ਕਰਦੇ ਹਾਂ। ਸਾਡੇ ਰਹਿਣ ਨਾਲ ਕਿਸੇ ਨੂੰ ਕੀ ਤਕਲੀਫ? ਨਾਲੇ ਫਿਰ ਮੇਰਾ ਕਾਰੋਬਾਰ ਕਿਹੜਾ ਹੈ ਜਿਹੜਾ ਪੈਸਾ ਮਕਾਨ ਉੱਤੇ ਲਗਾਉਣਾ ਹੈ? ਉਸ ਨਾਲ ਮੈਨੂੰ ਕਾਰੋਬਾਰ ਕਰਵਾ ਦਿਓ, ਮੈਂ ਵੀ ਰੋਟੀ ਸੌਖੀ ਖਾਵਾਂ। ਗੁਰਸ਼ਨ ਮੌਕੇ ਨੂੰ ਸਾਂਭਦੀ ਹੋਈ ਸਿਆਸਤ ਵਰਤਦੀ ਬੋਲੀ, ਪੁੱਤ ਪੈਸੇ ਧੇਲੇ ਨਾਲ ਮੈਂ ਤੇਰੀ ਮਦਦ ਕਰਾਂਗੀ। ਮੈਨੂੰ ਨਹੀਂ ਪਤਾ, ਮੇਰੇ ਲਈ ਦੋਵੇਂ ਪੁੱਤ ਬਰਾਬਰ ਹਨ। ਮੈਂ ਤਾਂ ਤੁਹਾਡੇ ਅੱਗੇ ਦੇ ਸੁੱਖ ਦੀ ਗੱਲ ਕਰਦੀ ਹਾਂ। ਮਾਤਾ ਜੀ ਸਾਡੇ ਬੱਚੇ ਵੱਡੇ ਹੋ ਰਹੇ ਹਨ, ਸਾਡਾ ਗੁਜ਼ਾਰਾ ਨਹੀਂ। ਅਸੀਂ ਆਪਣੀ ਧੀ ਪੁੱਤ ਵੀ ਵਿਆਹੁਣੇ ਹਨ। ਇਹਨਾਂ ਨੂੰ ਵੱਖਰਾ ਮਕਾਨ ਲੈ ਕੇ ਦਿਓ। ਜੋਤੀ ਤਲਖੀ ਵਿੱਚ ਆਉਂਦੀ ਬੋਲੀ, ਦੇਖ ਮਦਨ ਤੂੰ ਵੱਖਰਾ ਮਕਾਨ ਲੈ ਲੈ, ਕਾਰੋਬਾਰ ਵਿੱਚ ਮੈਂ ਤੇਰੀ ਮਦਦ ਕਰੂੰਗਾ। ਜਸਵੀਰ ਸਿਆਣਪ ਵਰਤਦਾ ਬੋਲਿਆ, ਮੈਂ ਘਰ ਵਿੱਚੋਂ ਬਾਹਰ ਨਹੀਂ ਜਾਣਾ, ਬਸ ਮੈਂ ਇਸੇ ਮਕਾਨ ਵਿੱਚ ਰਹਿਣਾ ਹੈ। ਕਿਉਂ ਨਹੀਂ ਜਾਣਾ?
ਮੇਰੇ ਆਦਮੀ ਦਾ ਮਕਾਨ ਹੈ, ਜਿਸ ਨੂੰ ਮਰਜ਼ੀ ਰੱਖਾਂ, ਜਿਸ ਨੂੰ ਮਰਜ਼ੀ ਕੱਢਾਂ। 1 ਲੱਖ ਰੁਪਈਏ ਤਾਂ ਜਸਵੀਰ ਨੇ ਦਿੱਤਾ ਸੀ ਮਕਾਨ ਲਈ ਪਿਓ ਨੂੰ। ਵੇਲੇ ਕਵੇਲੇ ਸਾਡੀ ਵੱਖਰੀ ਮਦਦ ਕਰਦਾ ਹੈ। ਤੁਹਾਨੂੰ ਤਾਂ ਇਸ ਮਕਾਨ ਵਿੱਚੋਂ ਬਾਹਰ ਜਾਣਾ ਹੀ ਪੈਣਾ ਹੈ। 2 ਟੁਕ ਫੈਸਲਾ ਸੁਣਾਉਂਦੀ ਗੁੱਸੇ ਵਿੱਚ ਗੁਰਸ਼ਰਨ ਬੋਲੀ। ਹੁਣ ਇਹ ਮਕਾਨ ਵਾਲੀ ਗੱਲ ਜਗਦੀਸ਼ ਜੀਜੇ ਦੇ ਸਾਹਮਣੇ ਹੋਵੇਗੀ, ਉਸਨੂੰ ਵੀ ਕੁਝ ਪਤਾ ਲੱਗੇ। ਮਦਨ ਨੇ ਕਿਹਾ। ਜਗਦੀਸ਼ ਦਾ ਨਾਮ ਮਦਨ ਦੇ ਮੂੰਹ ਸੁਣ ਕੇ ਗੁਰਸ਼ਰਨ ਸੱਪ ਦੇ ਫਰਾਟੇ ਵਾਂਗ ਫਰਾਟਾ ਮਾਰਦੀ ਬੋਲੀ। ਕੋਈ ਗੱਲ ਨਹੀਂ, ਜਗਦੀਸ਼ ਕੋਈ ਬਾਹਰਲਾ ਨਹੀਂ, ਸਾਡਾ ਜਵਾਈ ਹੈ। ਉਹਨੂੰ ਸਾਡੇ ਉੱਪਰ ਵਿਸ਼ਵਾਸ ਨਹੀਂ। ਨਾਲੇ ਤੂੰ ਕਿਹੜਾ ਸਾਨੂੰ ਕੋਈ ਕਮਾਈ ਕਰਕੇ ਦਿੱਤੀ ਹੈ। ਪਿਓ ਨੂੰ ਤਾਂ ਤੂੰ ਸਿੱਧੇ ਮੂੰਹ ਬੁਲਾਉਂਦਾ ਨਹੀਂ ਸੀ। ਘਰ ਵਿਚਲਾ ਸਾਰੇ ਦਾ ਸਾਰਾ ਸਨਮਾਨ ਜਸਵੀਰ ਨੇ ਬਣਾਇਆ ਹੈ। ਤੇਰਾ ਕੀ ਹੈ, ਹਿੱਸਾ ਮੰਗਦੇ ਹੋ। ਕੁਝ ਕੀਤਾ ਵੀ ਹੈ, ਉਲਟਾ ਤੰਗ ਹੀ ਕੀਤਾ ਹੈ ਇਸਨੇ ਮਾਂ ਪਿਓ ਨੂੰ। ਵਿੱਚੋਂ ਹੀ ਜੋਤੀ ਬੋਲੀ। ਭਰਜਾਈ ਜੀ, ਇਹ ਜਾਇਦਾਦ ਤੇ ਪੈਸਾ ਸਾਰੇ ਦਾ ਸਾਰਾ ਪਿਓ ਦਾ ਹੈ, ਨਾ ਕੋਈ ਤੁਹਾਡੇ ਪੇਕਿਆਂ ਤੋਂ ਜਸਵੀਰ ਭਾਜੀ ਨੂੰ ਦਾਜ ਵਿੱਚ ਆਇਆ ਹੈ। ਮਦਨ ਗੁੱਸੇ ਵਿੱਚ ਬੋਲਿਆ। ਮਦਨ ਦੇ ਬੋਲਾਂ ਨੇ ਮਾਂ ਨੂੰ ਗੁੱਸਾ ਕਰਨ ਲਈ ਮਜਬੂਰ ਕਰ ਦਿੱਤਾ। ਕੁਝ ਤਾਂ ਸ਼ਰਮ ਕਰ, ਭਰਜਾਈ ਮਾਂ ਵਰਗੀ ਹੁੰਦੀ ਹੈ। ਬੋਲਣ ਲੱਗਿਆ ਤਾਂ ਸੋਚ। ਮਾਂ ਜੀ ਦੀ ਸਾਰੀ ਤਮੀਜ਼ ਦਾ ਠੇਕਾ ਮੈਂ ਨਹੀਂ ਲੈ ਰੱਖਿਆ। ਤੁਹਾਨੂੰ ਤਾਂ ਆਪਣੇ ਵੱਡੇ ਨੌ ਪੋਤੀ ਚੰਗੇ ਲੱਗਦੇ ਐ, ਅੱਗੇ ਉਹਨਾਂ ਦੇ ਬੱਚੇ ਚੰਗੇ ਲੱਗਦੇ ਹਾਂ। ਅਸੀਂ ਤਾਂ ਤੁਹਾਡੀਆਂ ਅੱਖਾਂ ਵਿੱਚ ਰੜਕ ਰਹੇ ਹਾਂ। ਬਗੈਰ ਕਿਸੇ ਦਾ ਲਿਹਾਜ਼ ਕੀਤੇ ਮਦਨ ਬੋਲ ਰਿਹਾ ਸੀ। ਮਦਨ, ਕੁਝ ਤਾਂ ਤਮੀਜ਼ ਨਾਲ ਬੋਲ, ਤੈਨੂੰ ਤਾਂ ਬੋਲਣ ਦੀ ਅਕਲ ਭੁੱਲ ਗਈ ਹੈ। ਨਾ ਤੂੰ ਭਰਜਾਈ ਦੀ ਇੱਜ਼ਤ ਕਰ ਰਿਹਾ ਤੇ ਨਾ ਮਾਂ ਦੀ, ਅਤੇ ਨਾ ਹੀ ਪਾਪਾ ਜੀ ਦੀ ਇੱਜ਼ਤ ਕਰਦਾ ਹੁੰਦਾ ਸੀ। ਪਹਿਲੀ ਵਾਰ ਜਸਵੀਰ ਦੀਆਂ ਗੱਲਾਂ ਵਿੱਚ ਅੱਤ ਦੀ ਗਰਮੀ ਸੀ। ਵਿੱਚੋਂ ਹੀ ਰਜਨੀ ਮਦਨ ਨੂੰ ਬੋਲੀ। ਜੀ ਕੁਝ ਪਿਆਰ ਨਾਲ ਗੱਲ ਕਰੋ, ਤੇਰਾ ਵੀ ਸਾਨੂੰ ਸਾਰਾ ਪਤਾ ਹੈ। ਮਿਸਣੀਏ, ਸਾਰੀ ਦੀ ਸਾਰੀ ਅੱਗ ਤੇਰੀ ਲਗਾਈ ਹੋਈ ਹੈ। ਜੋਤੀ ਸਿਰ ਦੇ ਵਾਲਾਂ ਨੂੰ ਆਉਂਦੀ ਬੋਲੀ। ਜੋਤੀ ਪੁੱਤ, ਇਹ ਤਾਂ ਜਨਾਨੀ ਦਾ ਗੁਲਾਮ ਹੈ, ਗੁਲਾਮ। ਗੁਰਸ਼ਰਨ ਮਦਨ ਨੂੰ ਤਾਨਾ ਦਿੰਦੀ ਬੋਲੀ। ਸਾਡਾ ਕੀ ਲੈ ਜਾਵੇਗਾ। ਜਸਵੀਰ ਉੱਠਦਾ ਹੋਇਆ ਬੋਲਿਆ। ਮਦਨ ਅਤੇ ਰਜਨੀ ਵੀ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ। ਇਹ ਗੱਲ ਤਾਂ ਹੁਣ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੋ ਚੁੱਕੀ ਸੀ ਕਿ ਰਜਨੀ ਅਤੇ ਮਦਨ ਨੂੰ ਘਰੋਂ ਬਾਹਰ ਕੱਢਣਾ ਹੀ ਕੱਢਣਾ ਹੈ। ਗੁਰਸ਼ਰਨ ਨੇ ਮਕਾਨ ਆਪਣੇ ਵੱਡੇ ਧੀ ਪੁੱਤ ਨੂੰ ਹੀ ਦੇਣ ਦੀ ਮਨ ਵਿੱਚ ਪੱਕੀ ਧਾਰ ਲਈ ਹੋਈ ਸੀ। ਇਸੇ ਸਿਲਸਿਲੇ ਵਿੱਚ ਧੀ ਜਵਾਈ ਮਦਨ ਦੇ ਵੱਲ ਦੀ ਗੱਲ ਕਰਨ ਗੁਰਸ਼ਰਨ ਨੇ ਪਹਿਲੇ ਹੀ ਆਪਣੇ ਧੀ ਜਵਾਈ ਨੂੰ ਆਪਣੀ ਮੁੱਠੀ ਵਿੱਚ ਕਰ ਲਿਆ ਸੀ। ਸਿਆਸਤ ਦਾ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਸੀ। ਹੁਣ ਤਾਂ ਜੋਤੀ ਨੂੰ ਬਸ ਇੱਕੋ ਹੀ ਅੱਗ ਸੀ ਕਿ ਕਿਹੜਾ ਪਲ ਹੋਵੇ ਤੇ ਰਜਨੀ ਅਤੇ ਮਦਨ ਘਰੋਂ ਨਿਕਲ ਜਾਣ ਅਤੇ ਉਹ ਸਾਰੇ ਘਰ ਦੀ ਇਕੱਲੀ ਮਾਲਕਣ ਹੋਵੇ। ਧੀ ਜਵਾਈ ਆ ਗਏ। ਗੁਰਸ਼ਰਨ ਨੇ ਧੀ ਜਵਾਈ ਦੀ ਖਾਤਰਦਾਰੀ ਕਰਨ ਵਿੱਚ ਕੋਈ ਕਸਰ ਨਾ ਛੱਡੀ। ਇਹ ਚੰਗੀ ਆਦਤ ਕੁਲਭੂਸ਼ਣ ਨੇ ਪੂਰੇ ਪਰਿਵਾਰ ਨੂੰ ਦਿੱਤੀ ਸੀ ਕਿ ਘਰ ਵਿੱਚ ਘਰ ਜਵਾਈ ਆਵੇ ਜਾਂ ਕੋਈ ਵੀ ਹੋਰ ਮਹਿਮਾਨ ਆਵੇ, ਉਸ ਦੀ ਪੂਰੀ ਇੱਜ਼ਤ ਕੀਤੀ ਜਾਵੇ। ਰਾਤ ਵੇਲੇ ਜਗਦੀਸ਼ ਨੇ ਮਦਨ ਨੂੰ ਆਪਣੇ ਕੋਲ ਸੱਦਿਆ ਅਤੇ ਮਦਨ ਜਗਦੀਸ਼ ਨਾਲ ਗੱਲ ਕਰਦਾ ਬੋਲਿਆ। ਭਾਜੀ, ਜੋ ਇਹ ਕਰ ਰਹੇ ਨੇ ਠੀਕ ਕਰ ਰਹੇ ਨੇ। ਕਿ ਸੱਚਮੁੱਚ ਹੀ ਘਰ ਵਿੱਚ ਗੁਜ਼ਾਰਾ ਨਹੀਂ ਹੁੰਦਾ। ਅੱਗੇ ਵੀ ਤਾਂ ਇਕੱਠੇ ਰਹਿੰਦੇ ਸੀ, ਤਾਂ ਹੁਣ ਕੀ ਗੱਲ ਹੋ ਗਈ। ਗੱਲ ਤਾਂ ਤੇਰੀ ਠੀਕ ਹੈ, ਫਿਰ ਵੀ ਹੁਣ ਤੇਰਾ ਇੱਥੇ ਗੁਜ਼ਾਰਾ ਨਹੀਂ, ਉਹ ਤੈਨੂੰ ਇੱਥੋਂ ਨਹੀਂ ਰਹਿਣ ਦੇਣਗੇ। ਠੀਕ ਹੈ ਭਾਜੀ, ਮੈਂ ਇਹਨਾਂ ਦੀਆਂ ਅੱਖਾਂ ਵਿੱਚ ਰੜਕ ਰਿਹਾ ਤਾਂ ਵੰਡ ਠੀਕ ਢੰਗ ਨਾਲ ਕਰਨ। ਇਹ ਕਿੱਥੋਂ ਦਾ ਇਨਸਾਫ ਹੈ ਕਿ ਇੱਕ ਨੂੰ ਸਭ ਕੁਝ ਦੇ ਦੇਣ ਅਤੇ ਇੱਕ ਨੂੰ ਕੁਝ ਵੀ ਨਹੀਂ। ਇਹ ਨਹੀਂ ਹੋ ਸਕਦਾ। ਮਾਤਾ ਜੀ ਇਨਸਾਫ ਨਾ ਕਰਨ। ਐਵੇਂ ਮਾਤਾ ਜੀ ਨੂੰ ਬਦਨਾਮ ਨਾ ਕਰੋ। ਕੋਲ ਬੈਠੀ ਸੁਨੀਤਾ ਆਪਣੀ ਮਾਂ ਅਤੇ ਵੱਡੇ ਭਰਾ ਭਰਜਾਈ ਪ੍ਰਤੀ ਮੋਹ ਦਿਖਾਉਂਦੀ ਬੋਲੀ। ਭੈਣ ਦੀਆਂ ਗੱਲਾਂ ਤੋਂ ਮਦਨ ਨੂੰ ਇਹ ਗੱਲ ਸਮਝਦਿਆਂ ਦੇਰ ਨਾ ਲੱਗੀ ਕਿ ਭੈਣ ਦੀ ਵਫਾਦਾਰੀ ਵੀ ਭਰਾ ਭਰਜਾਈ ਅਤੇ ਮਾਤਾ ਜੀ ਦੇ ਪ੍ਰਤੀ ਹੈ। ਤੂੰ ਸਾਡੀ ਭੈਣ ਹੈ। ਭੈਣਾਂ ਨੂੰ ਤਾਂ ਭਰਾ ਇੱਕੋ ਜਿਹੇ ਹੋਣੇ ਚਾਹੀਦੇ ਹਨ। ਤੂੰ ਇਨਸਾਫ ਦੀ ਗੱਲ ਕਰ। ਘਰ ਦੇ ਸਮਾਨ ਅਤੇ ਪੈਸੇ ਬਰਾਬਰ ਹਿੱਸੇ ਘਰ ਵਿੱਚ ਹੀ ਹੈ ਕਿ ਟੈਲੀਵਿਜ਼ਨ ਤੇ ਬੈੱਡ ਬਾਕੀ ਘਰ ਦੇ ਵਰਤਣ ਦਾ ਸਮਾਨ ਹੈ। ਘਰ ਵਿੱਚ 100 ਮਹਿਮਾਨ ਆਏ ਰਹਿੰਦੇ ਹਨ, ਨਾਲੇ ਬਹੁਤਾ ਸਾਰਾ ਸਮਾਨ ਤਾਂ ਭਰਾ ਭਰਜਾਈ ਨੇ ਬਣਾਇਆ ਹੈ। ਇਸ ਦਾ ਮਤਲਬ ਸਾਡੇ ਪਿਓ ਨੇ ਕੋਈ ਕਮਾਈ ਨਹੀਂ ਕੀਤੀ। ਸਭ ਕੁਝ ਤਾਂ ਤੇਰੇ ਵੱਡੇ ਭਰਾ ਭਰਜਾਈ ਨੇ ਬਣਾਇਆ ਹੈ। ਮਾਤਾ ਜੀ ਵੀ ਇਹੀ ਕਹਿੰਦੇ ਹਨ, ਤੇਰੀ ਵੀ ਇਹੀ ਭਾਸ਼ਾ ਹੈ। ਮਦਨ ਬਿਨਾਂ ਭੈਣ ਦਾ ਲਿਹਾਜ਼ ਕੀਤੇ ਸ਼ਬਦ ਕਹੇ। ਦੇਖ ਮਦਨ, ਅਸੀਂ ਨਹੀਂ ਕਹਿੰਦੇ ਕਿ ਤੂੰ ਗਲਤ ਹੈ, ਪਰ ਗੱਲ ਤਾਂ ਕਿਸੇ ਸਿਰੇ ਲਾਉਣੀ ਹੈ। ਭਾਜੀ, ਤੁਸੀਂ ਹੁਣ ਆਏ ਹੋ ਤਾਂ ਇਨਸਾਫ ਤਾਂ ਕਰੋਗੇ ਹੀ।
ਦੇਖ ਮਦਨ, ਮੈਂ ਕੌਣ ਹੁੰਦਾ ਇਨਸਾਫ ਕਰਨ ਵਾਲਾ। ਇੱਕ ਗੱਲ ਤਾਂ ਪੱਕੀ ਹੈ, ਘਰੋਂ ਬਾਹਰ ਤਾਂ ਤੈਨੂੰ ਜਾਣਾ ਹੀ ਪੈਣਾ ਹੈ। ਦੂਜਾ, ਇਹਨਾਂ ਦੀ ਮਰਜ਼ੀ ਅਨੁਸਾਰ ਮਕਾਨ ਲੈਣਾ ਪਵੇਗਾ। ਤੀਜਾ, ਮਕਾਨ ਦੇ ਇਲਾਵਾ ਤੈਨੂੰ ਇੱਥੋਂ ਇੱਕ ਸੂਈ ਤੱਕ ਨਹੀਂ ਮਿਲਣੀ। ਜਗਦੀਸ਼ ਨੇ ਸਾਫ਼ ਕਰ ਦਿੱਤਾ, ਤੁਹਾਡੀ ਗੱਲ ਠੀਕ ਹੈ, ਸਭ ਕੁਝ ਨਜ਼ਰ ਆ ਰਿਹਾ ਹੈ। ਵੈਸੇ ਵੀ ਮਰਜ਼ੀ ਉਹਨਾਂ ਦੀ ਹੀ ਚੱਲਣੀ ਹੈ। ਤੁਸੀਂ ਆਰਾਮ ਕਰੋ, ਸਵੇਰੇ ਗੱਲ ਕਰਾਂਗੇ, ਕਹਿ ਕੇ ਮਦਨ ਚਲਾ ਗਿਆ। ਮਦਨ ਦੇ ਚਲੇ ਜਾਣ ਪਿੱਛੋਂ ਜਗਦੀਸ਼ ਸੁਨੀਤਾ ਨੂੰ ਕਹਿਣ ਲੱਗਾ ਕਿ ਮਦਨ ਦੀ ਗੱਲ ਤਾਂ ਠੀਕ ਹੈ। ਗਲਤ ਵੀ ਕੀ ਹੈ? ਮਦਨ ਆਪਣਾ ਹੱਕ ਮੰਗਦਾ ਹੈ। ਵੰਡ ਦੀ ਗੱਲ ਵੀ ਮਦਨ ਨੇ ਹੀ ਤਾਂ ਨਹੀਂ ਕੀਤੀ ਸੀ, ਭਰਾ ਭਰਜਾਈ ਨੇ ਹੀ ਕੀਤੀ ਹੈ। ਆਪਣਾ ਹੱਕ ਮੰਗਣਾ ਕੋਈ ਗੁਨਾਹ ਤਾਂ ਨਹੀਂ। ਇੱਕ ਤਾਂ ਮਾੜਾ ਬੰਦਾ ਹੈ, ਦੂਸਰਾ ਤੁਸੀਂ ਉਹਨਾਂ ਨੂੰ ਤੰਗ ਕਰਦੇ ਹੋ। ਤੂੰ ਵੱਡੇ ਭਰਾ ਦੀ, ਭਰਜਾਈ ਦੀ ਤੇ ਮਾਤਾ ਜੀ ਦੀ ਚੇਲੀ ਬਣੀ ਫਿਰਦੀ ਐ। ਜਗਦੀਸ਼ ਦੀਆਂ ਖਰੀਆਂ ਸੁਣ ਕੇ ਸੁਨੀਤਾ ਖਿੱਚ ਗਈ। ਬੁੜਬੁੜ ਕਰਦੀ ਵੱਡੀ ਭਰਜਾਈ ਅਤੇ ਮਾਂ ਦੇ ਕੋਲ ਚਲੀ ਗਈ। ਦਿਨ ਚੜ੍ਹਦਿਆਂ ਸਿਆਪਾ ਪੈ ਗਿਆ। ਮਦਨ ਅਤੇ ਰਜਨੀ ਦੀ ਸ਼ਾਮਤ ਆ ਗਈ। ਜੋਤੀ, ਗੁਰਸ਼ਰਨ ਅਤੇ ਜਸਵੀਰ ਕੱਪੜਿਆਂ ਤੋਂ ਬਾਹਰ ਹੁੰਦੇ ਬੋਲੇ, ਜਸਵੀਰ ਦਾ ਮਰਨ ਤੇ ਆ ਗਿਆ ਸੀ। ਮਾਤਾ ਜੀ, ਹੁਣ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਸ਼ਰਾਫਤ ਨਾਲ ਇਹ ਮੰਨਣ ਵਾਲੇ ਨਹੀਂ। ਇਹਨਾਂ ਦਾ ਬਿਜਲੀ ਪਾਣੀ ਕੱਟ ਦਿਓ। ਇਹਨਾਂ ਦੇ ਘਰ ਦੇ ਖਰਚੇ ਅਸੀਂ ਕਰਦੇ ਹਾਂ। ਵੇਲੇ ਕਵੇਲੇ ਅਸੀਂ ਇਹਨਾਂ ਦੀ ਮਦਦ ਕਰਦੇ ਹਾਂ। ਇਹ ਦੋਨੋਂ ਜਨਾਨੀ ਆਦਮੀ ਇਨਸਾਨ ਫਰਮਾਇਸ਼ ਹਨ। ਕੰਜਰੋ, ਨਿਕਲੋ ਬਾਹਰ, ਤੁਹਾਡਾ ਸਿਆਪਾ ਨਹੀਂ ਮੁੱਕਣਾ। ਸਾਡੇ ਧੀਆਂ ਪੁੱਤ ਜਵਾਨ ਹੋ ਰਹੇ ਹਨ, ਅਸੀਂ ਉਹਨਾਂ ਦੇ ਕਾਰ ਵਿਵਹਾਰ ਨਹੀਂ ਕਰਨੇ। ਤੁਸੀਂ ਲੋਕਾਂ ਨੇ ਕਲੇਸ਼ ਪਾ ਰੱਖਿਆ ਹੈ। ਸਾਡੇ ਬੱਚਿਆਂ ਉੱਪਰ ਮਾੜਾ ਅਸਰ ਪੈ ਰਿਹਾ ਹੈ। ਉਹਨਾਂ ਨੇ ਪੜ੍ਹਾਈ ਲਿਖਾਈ ਕਰਨੀ, ਤੁਹਾਡਾ ਹੀ ਸਿਆਪਾ ਕਰੀ ਜਾਣਾ ਹੈ। ਕਮਾਈ ਕਰਨ ਵੱਲ ਤੁਹਾਡਾ ਧਿਆਨ ਨਹੀਂ, ਬਸ ਬੱਚੇ ਪੈਦਾ ਕਰਨ ਵੱਲ ਧਿਆਨ ਹੈ। ਜੋਤੀ ਦੇ ਸੜੇ ਫੂਕੇ ਬੋਲਾਂ ਦਾ ਸਾਥ ਦਿੰਦੀ ਗੁਰਸ਼ਰਨ ਵੀ ਅੱਗ ਵਰਾਉਂਦੀ ਬੋਲੀ, ਤੁਸੀਂ ਮੇਰੇ ਕੋਲੋਂ ਕੁਝ ਲੈਣ ਦੀ ਆਸ ਨਾ ਰੱਖੋ। ਤੁਹਾਨੂੰ 7 ਚੁੱਲ੍ਹਿਆਂ ਦੀ ਸਵਾਹ ਮਿਲੇਗੀ। ਜਾਓ, ਚਲੇ ਜਾਓ, ਇੱਥੋਂ ਦਫਾ ਹੋ ਜਾਵੋ। ਪਿਓ ਨੂੰ ਵੀ ਤੁਸੀਂ ਲੋਕਾਂ ਨੇ ਮਾਰਿਆ। ਇਸ ਸਭ ਤੋਂ ਖਿੱਝ ਕੇ ਬੋਲਿਆ, ਤੁਸੀਂ ਲੋਕਾਂ ਨੇ ਇਹ ਸਭ ਕੁਝ ਕਰਨਾ ਸੀ ਤਾਂ ਮੈਨੂੰ ਕਿਉਂ ਸੱਦਿਆ ਸੀ? ਹੌਲੀ ਬੋਲੋ, ਤੁਹਾਡਾ ਦਿਲ ਕਾਹਲਾ ਨਹੀਂ ਪੈਂਦਾ? ਜਵਾਈ ਦਾ ਗੁੱਸਾ ਦੇ ਗੁਰਸ਼ਰਨ ਨੂੰ ਸੱਪ ਸੁੰਘ ਗਿਆ। ਗੱਲ ਮੁੱਕ ਗਈ। ਜਗਦੀਸ਼ ਅਤੇ ਸੁਨੀਤਾ ਆਪਣੇ ਘਰ ਚਲੇ ਗਏ। ਸਮਾਂ ਬਤੀਤ ਹੋਣ ਲੱਗਾ। ਰਜਨੀ ਦੀ ਤਕਲੀਫ ਦਿਨੋਂ ਦਿਨ ਵੱਧ ਰਹੀ ਸੀ। ਮਦਨ ਦੀਆਂ ਆਪਣੀਆਂ ਮਜਬੂਰੀਆਂ ਸਨ। ਜਗਦੀਸ਼ ਨੂੰ ਮਦਨ ਦੀਆਂ ਤਕਲੀਫਾਂ ਦਾ ਅਹਿਸਾਸ ਸੀ, ਪਰ ਉਹ ਕਰ ਕੁਝ ਨਾ ਸਕਿਆ। ਅੰਤ ਗੁਰਸ਼ਰਨ ਨੇ ਮਦਨ ਨੂੰ ਘਰੋਂ ਬਾਹਰ ਕੱਢਣ ਦਾ ਫੈਸਲਾ ਕਰ ਲਿਆ। ਕੁਝ ਤਾਂ ਦੁਨੀਆਦਾਰੀ, ਫਿਰ ਜਸਵੀਰ ਦੀ ਸਰਕਾਰੀ ਨੌਕਰੀ ਕਰਕੇ ਕਾਨੂੰਨ ਦੇ ਡਰੋਂ ਮਦਨ ਨੂੰ ਮਕਾਨ ਲੈ ਕੇ ਦੇਣਾ ਪਿਆ। ਗੁਰਸ਼ਰਨ ਤਾਂ ਮਦਨ ਨੂੰ ਫੁੱਟੀ ਕੌੜੀ ਦੇਣ ਲਈ ਤਿਆਰ ਨਹੀਂ ਸੀ। ਰਜਨੀ ਅਤੇ ਮਦਨ ਦੀ ਸਲਾਹ ਵੀ ਬਰਾਰ ਜਾਣ ਦੀ ਬਣ ਗਈ। ਰੱਬ ਦੀ ਕਰਨੀ, ਰਜਨੀ ਦੇ ਮੁੰਡਾ ਹੋਇਆ। ਮੁੰਡਾ ਜੰਮਦਿਆਂ ਬਿਮਾਰ ਸੀ। ਪੈਸਾ ਵੱਖਰਾ ਲੱਗ ਗਿਆ, ਜਨਾਨੀ ਦਾ ਗਹਿਣਾ ਵੀ ਵਿਕ ਗਿਆ। ਮਦਨ ਨੂੰ ਦੋਹਰੀ ਮਾਰ ਪਈ, ਇੱਕ ਤਾਂ ਇਨਸਾਨ ਦੀ, ਦੂਜੀ ਰੱਬ ਦੀ। ਪੈਸੇ ਦਾ ਪੈਸਾ ਗਿਆ, ਬੱਚੇ ਨੂੰ ਤਕਲੀਫ ਵੱਖਰੀ। ਮੁੰਡਾ ਰੱਬ ਨੂੰ ਪਿਆਰਾ ਹੋ ਗਿਆ। ਹੁਣ ਮਦਨ ਅਤੇ ਰਜਨੀ ਅੱਗੇ ਬੱਚੇ ਦੇ ਭਵਿੱਖ ਦਾ ਸਵਾਲ ਸੀ। ਸੋ ਮਦਨ ਅਤੇ ਰਜਨੀ ਨੇ ਇਸ ਘਰ ਵਿੱਚੋਂ ਜਾਣ ਦਾ ਮਨ ਬਣਾ ਲਿਆ। ਕਾਹਲੀ ਮਕਾਨ ਵੇਖਿਆ ਗਿਆ। ਮਕਾਨ ਠੀਕ ਠਾਕ ਸੀ। ਰੇੜੇ 'ਤੇ ਰੱਖ ਕੇ ਮਦਨ ਦਾ ਸਮਾਨ ਖਰੀਦ ਮਕਾਨ ਵਿੱਚ ਭੇਜ ਦਿੱਤਾ ਗਿਆ। ਪਿਓ ਦੀ ਪੂਰੀ ਜਾਇਦਾਦ ਮਾਂ ਦੇ ਨਾਮ ਹੋ ਗਈ। ਸਾਰੇ ਦਾ ਸਾਰਾ ਸਮਾਨ ਗੁਰਸ਼ਰਨ ਨੇ ਆਪ ਸਿਰ 'ਤੇ ਖੜੀ ਹੋ ਕੇ ਚੁਕਾਇਆ। ਪਿਓ ਦੇ ਸਮਾਨ ਦੀ ਇੱਕ ਕੌਲੀ ਤੱਕ ਮਦਨ ਅਤੇ ਰਜਨੀ ਨੂੰ ਨਾ ਮਿਲੀ। ਜਾਣ ਲੱਗਿਆਂ 2 ਟੁੱਟੇ ਜਿਹੇ ਫੋਲਡਿੰਗ ਮੰਜੇ ਤੇ 60-65 ਕਿਲੋ ਕਣਕ ਬੋਰੀ ਵਿੱਚ ਪਾ ਕੇ ਰੇਹੜੀ ਉੱਪਰ ਰੱਖ ਦਿੱਤੀ। ਜਿਵੇਂ ਗੁਰਸ਼ਰਨ ਰਜਨੀ ਅਤੇ ਮਦਨ ਦੀ ਅੰਨਦਾਤਾ ਹੋਵੇ। ਮਦਨ ਅਤੇ ਰਜਨੀ ਦੇ ਜਾਣ ਮਗਰੋਂ ਚਲੋ ਸ਼ੁਕਰ ਹੈ, ਕਲੇਸ਼ ਤਾਂ ਮੁੱਕਿਆ। ਖੁਸ਼ ਹੁੰਦਿਆਂ ਜਸਵੀਰ ਨੇ ਜੇਤੂ ਅੰਦਾਜ਼ ਵਿੱਚ ਕਿਹਾ। ਛਿੱਤਰ ਦੇ ਜ਼ੋਰ ਨਾਲ ਮਦਨ ਗਿਆ। ਗੁਰਸ਼ਰਨ ਮੁਸਕਰਾਉਂਦੀ ਹੋਈ ਬੋਲੀ, ਚੱਲ ਜੀ, ਗਏ ਤਾਂ ਪਿੰਡ ਛੁੱਟਿਆ। ਸਾਡੇ ਦੋਵਾਂ ਮੁੰਡਿਆਂ ਦੀ ਜਾਇਦਾਦ ਤਾਂ ਵੱਟ ਗਈ। ਪੂਰੇ ਪਰਿਵਾਰ ਦੇ ਚਿਹਰੇ ਇੰਜ ਖਿੜ ਰਹੇ ਸਨ ਜਿਵੇਂ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਕੋਈ ਵੱਡਾ ਜੰਗ ਜਿੱਤ ਗਿਆ ਹੋਵੇ। ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ, ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਜੀ।